पंजाब ते बंगाल नूं ही वंडिया भारत पाकिस्तान दो सूबे ही वंडे गए ने। दोवां दा सब तो वड्डा नुकसान होया जदों 1947 दे विच वंड होई है। सचखंड दरबार साहिब नूं इस तरह ढह ढेरी इस प्रधानमंत्री ने कीता जिहदी असीं रखिया करदे आ। फिर अरदास करके आए सी कि गुरु साहब सानूं हिम्मत बख्शी, असीं तुहाडे होए इस जिहड़े नुकसान दा असीं बदला जरूर लवांगे। इंदिरा गांधी ने यह गल कही, अज मैं इत्थे हाँ, शायद कल नूं ना हो। ये 30 अक्तूबर का लैक्चर है। मैनू चिंता नहीं कि मैं रहा या ना रहा, पर मेरा जीवन लंबा रहा है तो मैनू इस गल का माण है मैं अपना पूरा जीवन लोगों की सेवा। एयरफोर्स कैंपस के अंदर भी दंगे फसाद होया तो इस वजह ज़्यादा और की करूँ। पुलिस वाले ने मारिया सानू, पुलिस वाले ने साढ़े घर लुटे आ, वापस गए जाब ते गए। उन्होंने जी पढ़ाया नहीं आता जी, उन्होंने नौजवान का हूँ अगे संत जरनैल सिंह भिंडर वाले थे, उन्होंने देख के सेध मिलती थी जवानों को। अजकल उन्होंने जोड़े हीरो आ वो सिंगर हो गए जी। उस दिन तो आरंभ होता है काम ते लगातार 3 तरीक तक जदों राजीव गांधी ये भाषण दिंदा है कि जदों वड्डा दरख्त डिगदा है ते धरती हिलदी है। ਜਦੋਂ ਅਸੀਂ ਗੱਲ ਕਰਦੇ ਆ 84 ਦੀ जी ਜਦੋਂ ਕਤਲੇਆਮ ਦੀ ਸਿੱਖ ਜੈਨੋਸਾਈਡ ਦੀ ਗੱਲ ਹੁੰਦੀ ਹੈ, ਬਹੁਤ ਸਾਰੇ ਸਵਾਲ ਸਾਡੇ ਬੱਚਿਆਂ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਆ ਜਾਂਦੇ ਆ ਤੇ ਫਿਰ ਉਹ ਸਾਨੂੰ ਪੁੱਛਦੇ ਆ ਕਿ ਹੋਇਆ ਕੀ ਸੀ। ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਬੱਚਿਆਂ ਨੂੰ ਉਹਨਾਂ ਗੱਲਾਂ ਤੋਂ ਜਾਣੂ ਕਰਵਾਈਏ ਤੇ ਬਹੁਤ ਸਾਰੇ ਸਾਡੇ ਬਜ਼ੁਰਗ ਇਹੋ ਜਿਹੇ ਨੇ ਜਿਨ੍ਹਾਂ ਨੇ ਸੰਤਾਪ ਹੰਢਾਇਆ ਆ। बिल्कुल जी। ਔਰ ਜਿਵੇਂ ਕੱਲ ਦੇ ਸ਼ੋਅ ਦੇ ਵਿੱਚ ਤੁਸੀਂ ਦੱਸਿਆ ਸੀ ਕਿ ਅਸੀਂ ਹੁਣ 3 ਦਿਨ ਜਿਹੜਾ ਸਿਰਫ ਅਸੀਂ 84 ਦੀ ਗੱਲ ਕਰਾਂਗੇ। बिल्कुल। ਸੋ ਅਸੀਂ ਇਸ ਕਤਲੇਆਮ ਦੀ ਗੱਲ ਕਰਾਂਗੇ, ਦੱਸਾਂਗੇ ਡੇ 1 ਤੋਂ ਲੈ ਕੇ 31 ਜੂਨ ਤੋਂ ਲੈ ਕੇ 3 ਨਵੰਬਰ ਤੱਕ ਹੋਇਆ ਕੀ ਸੀ। बिल्कुल 31 अक्तूबर तो 3 नवंबर तक वापरिया की ਜੀ ਬਿਲਕੁਲ 31 ਅਕਤੂਬਰ ਤੋਂ 3 ਨਵੰਬਰ ਤੱਕ। ਇਸੇ ਦੇ ਸੰਦਰਭ ਦੇ ਵਿੱਚ ਕੱਲ ਮੇਰੀ ਇੱਕ ਫੇਰੀ ਗੁਰਦੁਆਰਾ ਸਾਹਿਬ ਬਜ਼ੁਰਗ ਕਾਫੀ ਬੈਠੇ ਹੁੰਦੇ ਆ ਤੇ ਮੈਂ ਉੱਥੇ ਗਈ। अच्छा ਕਿਹੜੇ ਗੁਰਦੁਆਰਾ ਜਿਹੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ, ਮੈਂ ਉੱਥੇ ਗਈ ਤੇ ਕਾਫੀ ਬਜ਼ੁਰਗ। ਇੱਕ ਗੱਲ ਮੈਨੂੰ ਇਹ ਵੀ ਚੰਗੀ ਲੱਗੀ ਕਿ ਸੋਸ਼ਲ ਡਿਸਟੈਂਸ ਦੇ ਹਿਸਾਬ ਨਾਲ 3-4 ਗਰੁੱਪ ਬਣੇ ਸੀ। ਸੋ ਬਾਹਰ ਇਦਾਂ ਕੁਰਸੀਆਂ ਲਾ ਕੇ ਦੂਰ ਦੂਰ ਸਾਰੇ ਬਜ਼ੁਰਗ ਬੈਠੇ ਸੀ ਜੀ। ਇੱਕ ਬਜ਼ੁਰਗ ਕਹਿੰਦੇ ਕਿ ਮੈਂ ਸਾਰਾ ਕੁਝ ਹੰਢਾਇਆ ਆ ਪਰ ਮੈਂ ਬੋਲ ਨਹੀਂ ਸਕਦਾ, ਮੈਂ ਜਦੋਂ ਬੋਲਣਾ ਸ਼ੁਰੂ ਕਰਦਾ ਤੇ ਮੇਰਾ ਅੰਦਰੋਂ ਮੈਂ ਰੋਣ ਲੱਗ ਪੈਣਾ, ਮੇਰੇ ਤੋਂ ਕੋਈ ਗੱਲ ਨਹੀਂ ਕਰ ਹੁੰਦੀ ਜੀ। ਪਰ ਇੱਕ ਬਜ਼ੁਰਗ ਜਿਹੜੇ 에ਅਰ ਫੋਰਸ 'ਚ ਆਪ ਸੀ, ਮੈਂ ਉਹਨਾਂ ਦੀ ਗੱਲ ਸੁਣ ਕੇ ਤੁਸੀਂ ਯਕੀਨ ਕਰਿਓ, ਮੈਂ ਜਿੰਨਾ ਚਿਰ ਉਹਨਾਂ ਨਾਲ ਗੱਲ ਕੀਤੀ ਮੈਂ ਬੈਠੀ ਰੋਂਦੀ ਸੀ ਕਿ ਇੱਕ 에ਅਰ ਫੋਰਸ 'ਚ ਕੰਮ ਕਰਨ ਵਾਲੇ ਜੇ ਸਰਦਾਰ ਦੀ ਆਹ ਹਾਲਤ ਹੋਈ ਸੀ ਤੇ ਜਿਹੜੇ ਨਾਰਮਲ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਦਾ ਕੀ ਬਣਦਾ ਹੋਵੇਗਾ। ਬਿਲਕੁਲ ਉਹਨਾਂ ਨੇ ਆਪਣੀ ਹੱਡ ਬੀਤੀ ਸਾਡੇ ਨਾਲ ਸਾਂਝੀ ਕੀਤੀ। ਮੈਂ ਚਾਹੁੰਦੀ ਹਾਂ ਪਹਿਲਾਂ ਅਸੀਂ ਉਹ ਪਲੇ ਕਰੀਏ ਇਸ ਤੋਂ ਪਹਿਲਾਂ ਕਿ ਅਸੀਂ ਇਸ ਦੀ ਫੇਰ ਸ਼ੁਰੂਆਤ ਤੇ ਜਾਈਏ। ਸੋ ਪਹਿਲਾਂ ਉਹਨਾਂ ਦੇ ਜਿਹੜੀ ਜ਼ੁਬਾਨੀ ਦੱਸੀ ਸੀ ਉਹ ਆ ਤੇ ਕੁਛ ਇੱਕ ਹੋ ਰਿਹਾ। ਸੋ ਥੋੜਾ ਜਿਹਾ ਸਮਾਂ ਆ 5 ਤੋਂ 7 ਮਿੰਟ ਦੀਆਂ ਜਿਹੜੀ ਗੱਲਬਾਤ ਆ, ਪਹਿਲਾਂ ਅਸੀਂ ਉਹ ਸਾਂਝੀ ਕਰਦੇ ਹਾਂ ਜੀ। ਇਨਸਾਫ ਮਿਲਣਾ ਵੀ ਨਹੀਂ, ਗੌਰਮੈਂਟ ਇਹੋ ਜਿਹੀ ਹੈ, ਇਨਸਾਫ ਸਾਨੂੰ ਕਿਤੇ ਨਹੀਂ ਮਿਲਣਾ। ਮੈਂ ਉਸ ਵੇਲੇ ਕਾਨਪੁਰ ਸੀਗਾ ਜੀ, ਮੈਂ ਔਨ ਡਿਊਟੀ ਸੀਗਾ ਤੇ ਡਿਊਟੀ ਦੇ ਟਾਈਮ ਤੇ ਮੈਂ ਉੱਥੇ ਪਤਾ ਲੱਗਾ ਜੀ ਕਿ ਅੱਜ ਇੰਦਰਾ ਮਾਰਤੀ ਗਈ ਹੈ। ਮੈਂ 에ਅਰ ਫੋਰਸ 'ਚ ਸਰਵਿਸ ਕਰਦਾ ਸੀ ਤੇ ਮੈਂ ਉਸ ਵੇਲੇ ਕਰੀਬ 2 ਦਾ ਟਾਈਮ ਹੋਣਾ ਤੇ ਮੈਂ ਉੱਥੋਂ ਫਿਰ ਲੋਕੀ ਕਹਿਣ ਲੱਗ ਪਏ ਜੀ ਇੰਦਰਾ ਮਾਰਤੀ। ਤੇ ਸ਼ਾਮ ਨੂੰ ਜਿਸ ਵੇਲੇ ਸ਼ਾਮ ਨੂੰ ਸਾਨੂੰ ਛੁੱਟੀ ਹੋ ਗਈ 2-2:30 ਵਜੇ ਤੋਂ ਬਾਅਦ 4 ਵਜੇ ਸਾਨੂੰ ਛੁੱਟੀ ਹੁੰਦੀ ਸੀ। ਅਸੀਂ ਜਿਸ ਵੇਲੇ 4 ਵਜੇ ਨਾ ਉੱਥੋਂ ਤੁਰੇ ਹਾਂ ਤੇ ਗੌਰਮੈਂਟ ਦੀਆਂ ਬੱਸਾਂ ਸੀ, ਸਾਨੂੰ ਲੈ ਕੇ ਆਏ ਤੇ ਰਸਤੇ 'ਚ ਅਸੀਂ ਜਿਸ ਵੇਲੇ ਸ਼ਹਿਰ ਦੇ ਅੰਦਰ ਵੜੇ ਹਾਂ, ਸ਼ਹਿਰੋਂ ਬਾਹਰ 에ਅਰ ਫੋਰਸ ਸਟੇਸ਼ਨ ਹੈ ਤੇ ਜਿਸ ਵੇਲੇ ਅਸੀਂ ਸ਼ਹਿਰ ਦੇ ਅੰਦਰ ਵੜੇ ਹਾਂ ਤੇ ਉੱਥੇ ਮੈਨੂੰ ਗੱਡੀ 'ਚੋਂ ਥੱਲੇ ਲਾ ਲਿਆ। ਸਰਦਾਰ ਮੈਂ ਹੀ ਇਕੱਲਾ ਸੀ ਉਹਦੇ ਵਿੱਚ ਤੇ ਮੈਨੂੰ ਮਾਰਿਆ ਬਹੁਤ। ਮਾਰਨ ਦੇ ਬਾਅਦ ਤੇ ਇੱਕ ਬੰਦੇ ਨੇ ਪੱਗ ਵੀ ਮੇਰੀ ਲਾ ਲਈ। ਫਿਰ ਇੱਕ ਬੰਦੇ ਨੇ ਮੈਨੂੰ ਉਹ ਲੱਗਾ ਸੀ ਕੈਂਚੀ ਕੱਢ ਕੇ ਮੇਰੇ ਮਾਰਨ, ਇਹਦਾ ਵਾਲ ਕੱਟਣ ਲੱਗਾ
ਉਹਨੇ ਕਿਹਾ ਵਾਲ ਨਹੀਂ ਤੂੰ ਕੱਟ ਸਕਦਾ। ਉਹ ਜਾਣ ਉਹਨਾਂ ਦੇ ਜਾਣ ਪਛਾਣ ਦੇ ਉਸ ਮਹੱਲੇ ਦੇ ਸੀਗੇ। ਉਹ ਮੁੜ ਕੇ ਮੈਨੂੰ ਕਹਿਣ ਲੱਗੇ, ਮੈਨੂੰ ਥੱਲੇ ਚੁੱਕ ਕੇ ਸੁੱਟਿਆ, 5-7 ਬੰਦੇ 10 ਬੰਦੇ ਮੇਰੇ ਉੱਤੇ ਲੱਗ ਪਏ ਮਾਰਨ ਮੈਨੂੰ। ਮੈਂ ਜਿੱਦਾਂ ਜਿੱਦਾਂ ਬੰਦਾ ਫਿਰ ਮੈਨੂੰ ਬਚਾ ਲਿਆ। ਉਹਦੇ ਬਾਅਦ ਮੈਨੂੰ ਕਹਿੰਦੇ ਬੱਸ 'ਚ ਫਿਰ ਬਹਿ ਜਾ। ਮੈਂ ਬੱਸ 'ਚ ਬੈਠ ਕੇ ਗਿਆ ਕਿ ਨਾ ਥਾਣੇ। ਪੁਲਿਸ ਵਾਲਿਆਂ ਨੇ ਮੈਨੂੰ ਅੰਦਰ ਨਹੀਂ ਰੱਖਿਆ। ਮੈਨੂੰ ਕਹਿੰਦੇ ਨੋ ਅਲਾਉ ਨਹੀਂ ਹੈ ਸਾਨੂੰ ਥਾਣੇ 'ਚ ਤੁਹਾਨੂੰ ਰੱਖਣ ਵਾਸਤੇ। ਹੋਰ ਦੀ ਹੋਰ ਦੱਸੋ, ਏਅਰਫੋਰਸ ਕੈਂਪਸ ਦੇ ਅੰਦਰ ਹੋਇਆ। ਏਅਰਫੋਰਸ ਕੈਂਪਸ ਦੇ ਅੰਦਰ ਵੀ ਦੰਗੇ ਫਸਾਦ ਹੋਇਆ। ਤਾਂ ਇਸ ਤੋਂ ਜ਼ਿਆਦਾ ਹੋਰ ਕੀ ਕਰੂ, ਜਦ ਕਿ ਸਾਡਾ ਉੱਥੇ ਦਾ DGP ਕੀ ਨਾ ਕੀ ਉਹਨਾਂ ਦੇ IG ਸਰਦਾਰ ਸੀਗਾ ਬੇਦੀ। ਉਹਨੂੰ ਪੁੱਛਿਆ ਸੀ, ਉਹ ਕਹਿੰਦੇ ਜੀ ਮੈਂ ਪਾਵਰਲੈਸ ਕਰਕੇ ਮੈਨੂੰ ਅੰਦਰ ਬਿਠਾ ਦਿੱਤਾ ਸੀ। ਕਹਿੰਦਾ ਮੇਰੇ ਕੋਲ ਕੋਈ ਪਾਵਰ ਹੈ ਨਹੀਂ ਸੀ, ਅਤੇ ਮੈਂ ਹੁਣ ਕਰਦਾ ਕੀ, ਮੇਰੇ ਕੋਲ ਕੀ ਪਾਵਰ ਰਹਿ ਗਈ, ਮੇਰੇ ਕੋਲ ਪਾਵਰ ਹੀ ਹੈ ਨਹੀਂ ਸੀ। ਫਿਰ ਉਹਦੇ ਬਾਅਦ ਮੈਂ ਘਰ ਆਏ ਆ। ਮੈਂ ਫਿਰ ਰਾਤ ਨੂੰ ਘਰ ਨਹੀਂ ਆ ਸਕਿਆ। ਉੱਥੋਂ ਮੈਨੂੰ ਇੱਕ ਬੰਦਾ ਮਿਲਿਆ, ਉਹਦੇ ਸਕੂਟਰ ਕਹਿੰਦਾ ਮੇਰੇ ਨਾਲ ਦੇ ਬੰਦਿਆਂ ਨੇ ਮੈਨੂੰ ਸਕੂਟਰ 'ਤੇ ਬਿਠਾ ਦਿੱਤਾ। ਉਹ ਫਿਰ ਸਕੂਟਰ 'ਤੇ ਬਿਠਾ ਕੇ ਮੈਂ ਜਿਸ ਵੇਲੇ ਅੱਗੇ ਗਿਆ, ਅੱਗੋਂ ਝੁੰਡ ਦਾ ਝੁੰਡ 100-200 ਬੰਦਾ ਆ ਰਿਹਾ ਸੀ। ਉਹਨੇ ਸਕੂਟਰ ਮੋੜ ਕੇ ਕਿਸੇ ਹੋਰ ਦੇ ਘਰ ਲੈ ਵੜਿਆ। ਉੱਥੇ ਮੈਂ ਰਾਤ ਦੇ 2 ਵਜੇ ਤੱਕ ਉੱਥੇ ਰਿਹਾ। ਉਹਨਾਂ ਮੇਰੀ ਪੱਗ ਦਾਲ ਹੀ ਪੱਗ ਨਹੀਂ ਮੈਨੂੰ ਦਿੱਤੀ। ਫਿਰ 2 ਵਜੇ ਤੱਕ ਮੈਂ ਉਹਨਾਂ ਦੇ ਕੋਲ ਉੱਥੇ ਰਿਹਾ। ਉਸ ਵੇਲੇ ਮੈਂ 2 ਵਜੇ ਦੇ ਨਾਲ ਫਿਰ ਮੈਂ ਉੱਥੋਂ ਦੌੜ ਕੇ ਨੰਗੇ ਪੈਰੀ, ਜੁੱਤੀਆਂ ਮੇਰੇ ਹੈ ਨਹੀਂ, ਜੁੱਤੀਆਂ ਵੀ ਉਹਨਾਂ ਲੈ ਲਈਆਂ। ਨੰਗੇ ਪੈਰੀ ਮੈਨੂੰ ਉੱਥੇ ਕਰੀਬ 1.5 ਮੀਲ ਦਾ ਸਫ਼ਰ ਹੋਣਾ, ਜਿਹੜਾ ਮੈਂ ਦੌੜ ਕੇ ਕੱਟਿਆ। ਅਤੇ ਅੱਗੇ ਆਇਆ ਤਾਂ ਮੇਰੇ ਘਰ ਤਾਲੇ ਬੰਦ। ਮੈਂ ਕਿਹਾ ਫਿਰ ਨਾਲ ਦੇ ਸੀਗੇ, ਉਹ ਕਹਿੰਦੇ ਕੋਈ ਨਹੀਂ ਅੰਦਰ ਹੀ ਨੇ ਸਾਰੇ, ਤੁਸੀਂ ਇੱਧਰ ਦੀ ਸਾਡੇ ਘਰ ਵੱਲ ਦੀ ਕੰਧ ਟੱਪ ਕੇ ਚਲੇ ਜਾਓ। ਮੈਂ ਉਹਨਾਂ ਦੇ ਘਰੋਂ ਕੰਧ ਟੱਪ ਕੇ ਗਿਆ। ਫਿਰ ਦੂਸਰੇ ਦਿਨ ਤੋਂ ਉਹ ਬੰਦੇ ਤੇ ਬੰਦਾ ਆਏ, ਰੋਜ਼ ਸਾਡੇ ਘਰਾਂ ਨੂੰ ਲੁੱਟਣ ਆਉਣ। ਕੋਈ ਮਹੱਲੇ ਦੇ 1-2 ਬੰਦੇ ਐਸੇ ਸੀਗੇ, ਉਹਨਾਂ ਨੇ ਕਿਹਾ ਖਬਰਦਾਰ ਹੈ ਕਿ ਸਰਦਾਰਾਂ ਦੇ ਘਰ ਤੁਸੀਂ ਹੱਥ ਨਹੀਂ ਲਾ ਸਕਦੇ। ਉਹਨਾਂ ਨੇ ਸਾਨੂੰ ਬਚਾਇਆ। ਫਿਰ ਉਹਦੇ ਬਾਅਦ ਸਾਨੂੰ ਕੈਂਪ 'ਚ ਲੈ ਗਏ। ਅਸੀਂ 1 ਹਫ਼ਤਾ ਕੈਂਪ 'ਚ ਰਹੇ ਹਾਂ। ਉਹਦੇ ਬਾਅਦ ਫਿਰ 1 ਹਫ਼ਤੇ ਦੇ ਬਾਅਦ ਫਿਰ ਸਾਨੂੰ ਕਿਹਦਾ ਘਰ ਵਾਪਸ ਆਏ ਆਪਣੇ ਘਰ। ਸਾਡੇ ਤਾਂ ਸਾਰੇ ਠੀਕ ਸੀਗੇ। ਸਾਡੇ ਜਾਣ ਪਹਿਚਾਣ ਦੇ ਮੇਰੇ ਕੋਲ ਸੀਗਾ ਮੇਜਰ ਇੱਕ ਸੀਗਾ, ਉਹਦੇ ਘਰ ਦਾ ਸਾਰਾ ਪੂਰਾ ਘਰ ਹੀ ਉਹਦਾ ਲੁੱਟ ਲਿਆ। ਤੇ ਸਾਰੇ ਬੱਚੇ ਮਾਰਤੇ। ਇੱਕ ਕੁੜੀ ਬਚੀ ਸੀ ਛੋਟੀ ਜਿਹੀ, ਉਹਨੂੰ ਨੌਕਰਾਨੀ ਲੈ ਗਈ। ਉਹ ਕਹਿੰਦੀ ਕਿ ਮੇਰੀ ਕੁੜੀ ਹੈ, ਇਸ ਕਰਕੇ ਉਹ ਬਚ ਗਈ। ਬਾਕੀ ਸਾਰੇ ਦੇ ਸਾਰੇ ਮਾਰਤੇ। ਪੂਰਾ ਘਰ ਕੰਧਾਂ ਟੱਪ ਕੇ ਆਏ ਆ ਰਾਈਫਲਾਂ ਲੈ ਕੇ। ਉਹਨਾਂ ਨੇ ਉੱਦਾਂ ਕੀਤੀਆਂ, ਮਾਰ ਕੇ ਪੁਲਿਸ ਵਾਲਿਆਂ ਨੇ ਮਾਰਿਆ ਸਾਰੇ ਲੋਕਾਂ ਨੂੰ। ਪੁਲਿਸ ਵਾਲਿਆਂ ਨੇ ਸਾਡੇ ਘਰ ਲੁੱਟੇ ਆ। ਵਾਪਸ ਗਏ, ਜਾਬ 'ਤੇ ਗਏ। ਫਿਰ ਕੋਈ ਇਨਸਾਫ ਦੀ ਮੰਗੋ, ਕਹਿੰਦੇ ਅਸੀਂ ਕਰ ਕੁਛ ਨਹੀਂ ਸਕਦੇ, ਸੈਂਟਰਲ ਦਾ ਆਰਡਰ, ਅਸੀਂ ਕੁਛ ਨਹੀਂ ਕਰ ਸਕਦੇ। ਅਸੀਂ ਕੀ ਕਰੀਏ? ਸਾਡੀ ਇਹ ਹੈਗਾ ਕਿ ਸਾਨੂੰ ਜਿੰਨੇ ਦਿਨ ਅਸੀਂ 10-12 ਦਿਨ ਘਰ ਰਹੇ ਹਾਂ, ਸਾਡੀ ਪੇਮੈਂਟ ਨਹੀਂ ਕੱਟੀ। ਪੇਮੈਂਟ ਸਾਨੂੰ ਮਿਲੀ ਹੈ। ਬਹੁਤ ਹੋਏ ਕਲਾਂ ਟਾਇਰ ਪਾ ਕੇ ਤੇ ਸਾੜੇ ਆ ਬੰਦੇ ਸਾਡੇ। ਹੋਰ ਇਸ ਤੋਂ ਜ਼ਿਆਦਾ ਕੀ ਕਰਾਂਗੇ? ਉਸ ਟਾਇਰ ਪਾ ਕੇ ਗਲ 'ਚ ਬੰਦੇ ਸਾੜ ਦਿੱਤੇ ਆ। ਜਿੰਦੇ ਤਮਾਸ਼ਾ ਕਰਦੇ ਆਂਢ ਗੁਆਂਢ ਢੋਲ ਵਜਾ ਕੇ ਬੰਦੇ। ਸਾਡੇ ਵਿਚਾਰ ਤਾਂ ਇਹ ਹੈ ਜੀ, ਜੋ ਹੋਇਆ ਬਹੁਤ ਮਾੜਾ ਹੋਇਆ। ਜਿਹੜੇ ਮਰੇ ਉਧਰ ਆਪਣੇ, ਦੂਜੇ ਪਾਸੇ ਵੀ ਆਪਣੇ ਮਰੇ, ਪੁਲਿਸ ਵਾਲੇ ਵੀ ਆਪਣੇ ਮਰੇ ਜੀ। ਅਤੇ ਇਨਸਾਫ ਅਜੇ ਤੱਕ ਮਿਲਿਆ ਨਹੀਂ। ਇਹ ਸਭ ਤੋਂ ਵੱਡਾ ਦਿਖਾਂਤ ਹੈ ਕੌਮ ਵਾਸਤੇ, ਵੀ ਕੌਮ ਨੂੰ ਇਨਸਾਫ ਨਾ ਮਿਲੇ। ਐਦੋਂ ਵੱਡਾ ਸਿੱਖ ਕੌਮ ਨਾਲ ਕੋਈ ਹੋਰ ਧਰੋਹ ਹੋ ਹੀ ਨਹੀਂ ਸਕਦਾ ਗਾ। ਹਾਂਜੀ, ਇਨਸਾਫ ਲਈ ਅਜੇ ਵੀ ਲੜ ਰਹੇ ਆ, ਪਰ ਇਨਸਾਫ ਮਿਲ ਨਹੀਂ ਰਿਹਾ ਕਿਸੇ ਪਾਸੇ ਵੀ, ਕੋਈ ਨਹੀਂ ਮਿਲਦਾ। ਉਮੀਦ ਪ੍ਰਸ਼ਾਸਨ ਤੋਂ ਤੁਹਾਨੂੰ ਦਿਸੀ ਜਾਂਦੀ ਹੈ। 36 ਸਾਲਾਂ 'ਚ ਕੋਈ ਇਨਸਾਫ ਨਹੀਂ ਦਿੱਤਾ, ਤੇ ਗਾਂਹ ਅਜੇ ਕੀ ਪਤਾ ਕਿਸੇ ਨੇ ਦੇਣਾ ਕਿ ਨਹੀਂ ਦੇਣਾ। ਯਾਦਾਂ ਦਾ ਵੇਖ ਕੇ ਯਾਰ ਦਿਲ ਕੰਬੇ ਆਉਂਦਾ, ਵੇਖ ਕੇ ਵੀ ਕੀ ਹੋ ਜਾਂਦਾ ਸੀਗਾ। ਪਤਾ ਨਹੀਂ ਲੱਗਦਾ ਸੀਗਾ ਵੀ ਬਾਹਰ ਨੂੰ ਗਿਆ ਕਿਸੇ ਨੇ ਘਰੇ ਵਾਪਸ ਮੁੜਨਾ ਕਿ ਨਹੀਂ ਮੁੜਨਾ, ਜਾਂ ਪੁਲਿਸ ਵਾਲਿਆਂ ਨੂੰ ਮੁੜਦਾ ਸੀਗਾ, ਜਾਂ ਦੂਜੇ ਪਾਸੇ ਨਹੀਂ ਮੁੜਦਾ ਸੀਗਾ। ਕੋਈ ਸਮਝੋ ਬਾਹਰ ਹੀ ਸੀਗਾ। ਉਸ ਗੱਲ ਨੂੰ ਤਾਂ ਯਾਦ ਆ ਕੇ ਦਿਲ ਕੰਬ। ਉਸ ਤਰ੍ਹਾਂ ਇਹੋ ਯਾਦ ਹੈ ਵੀ ਪਹਿਲਾਂ ਤਾਂ ਅੰਮ੍ਰਿਤਸਰ 'ਤੇ ਜਦੋਂ ਧੱਕਾ ਹੋਇਆ, ਉਦੋਂ ਵੀ ਸਾਰਾ ਪਤਾ ਹੈ। ਬੰਦੇ ਸਾਡੇ ਗਏ ਵੀ ਆ, ਵਿੱਚ ਕਈ ਮਰੇ ਵੀ ਪਰਿਵਾਰਾਂ ਦੇ ਜੀ। ਉਦੋਂ ਬਾਅਦ ਫਿਰ ਇੰਦਰਾ ਦਾ ਮਾਰੇ ਤੋਂ ਬਾਅਦ ਜਦੋਂ ਇਹਨਾਂ ਨੇ ਬਈ ਇੱਥੇ ਸਿੱਖਾਂ ਮਾਰਿਆਂ 'ਤੇ ਸੋਚਿਆ ਨਹੀਂ ਵੀ ਇਹਨਾਂ ਨੇ ਅਸੀਂ ਕਿੰਨੇ ਕੁ ਮਾਰੇ ਆ, ਵੀ ਪੁਲਿਸ ਤੋਂ ਮਿਲਟਰੀ ਤੋਂ ਮਰਵਾਏ। ਅਤੇ ਆਪਣ ਸਿੱਖ ਕਈ ਪਰਿਵਾਰਾਂ ਦੇ ਪਰਿਵਾਰ ਅੱਗ ਲਾ ਕੇ ਟਾਇਰ ਪਾ ਸਾੜੇ ਆ।
ਤੇ ਉਹਦਾ ਕੋਈ ਇਨਸਾਫ ਨਹੀਂ ਮਿਲਿਆ। ਜੇ ਇੰਦਰਾ ਮਾਰਤੀ ਤਾਂ ਅਗਲਿਆਂ ਨੂੰ ਸਾਰਿਆਂ ਨੂੰ ਵੀ ਕੋਈ ਗੋਲੀ ਨਾ ਮਾਰੇ ਜਾਂ ਕੁਛ ਨਾ ਵੀ ਫਾਇਦੇ ਦੇਤੇ। ਜੇ ਬਿਆਨਸੋਂ ਮਾਰਿਆ ਤੇ ਤਾਂ ਵੀ ਅਗਲਿਆਂ ਨੂੰ ਵੀ ਅਜੇ ਜੇਲ੍ਹਾਂ 'ਚ ਬੈਠੇ ਆ, ਤੇ ਜੇ ਆਪਣੇ ਹਜ਼ਾਰਾਂ ਸਿੱਖ ਮਾਰੇ ਆ ਤੇ ਉਹਨਾਂ ਦਾ ਕੋਈ ਪੁੱਛ ਦੱਸ ਨਹੀਂ। ਉਦੋਂ ਮਾੜਾ ਹੀ ਸੀ ਮਾਹੌਲ, ਚੰਗਾ ਨਹੀਂ ਸੀ। ਉਹ ਵੀ ਕਹਿੰਦੇ ਚਾਹੁੰਦੇ ਇਹੀ ਹੈਗਾ ਕਿ ਇਨਸਾਫ ਮਿਲਣਾ ਚਾਹੀਦਾ। ਜ਼ਿਮੀਂਦਾਰ ਤਾਂ ਅੱਗੇ ਡਾਊਨ ਆ, ਤੇ ਜਿਹੜਾ ਜ਼ਿਮੀਂਦਾਰ ਤੇ ਇਹੋ ਜਿਹਾ ਬੋਝ ਪਈ ਜਾਂਦਾ ਤੇ ਉਹ ਤਾਂ ਉਹ ਜਮਾਂ ਜ਼ੀਰੋ ਹੋ ਗਿਆ। ਉਹਦੇ ਬਾਰੇ ਪਤਾ ਹੀ ਹੈ ਜੀ, ਸਾਡੇ ਬਜ਼ੁਰਗਾਂ ਨਾਲ ਜੋ ਬੀਤਿਆ ਗਾ ਜੀ। ਹੁਣ ਚਲੋ ਉਹਨਾਂ ਨੇ ਇੰਦਰਾ ਨੂੰ ਕਤਲ ਕਰਤਾ ਨਾ, ਤਾਂ ਜਿਹੜੇ ਉੱਥੇ ਸਿੱਖ ਰਹਿੰਦੇ ਉਹਨਾਂ ਦਾ ਕੀ ਕਸੂਰ ਆ? ਉਹ 'ਚ ਆਪਣਾ ਸਿੱਖ ਬੰਦਾ, ਮੈਨੂੰ ਨਾਂ ਨਹੀਂ ਪਤਾ ਉਹਦਾ, ਉਹ ਫੌਜ ਦਾ ਜਰਨਲ ਸੀਗਾ, ਉਹਦਾ ਸਾਰਾ ਪਰਿਵਾਰ ਫੂਕਤਾ। ਠੀਕ ਹੈ, ਨਾਰਾ ਲਾਈ ਜਾਂਦੇ ਨੇ ਵੀ ਖੂਨ ਦਾ ਬਦਲਾ ਖੂਨ। ਜਿਹੜੇ ਸਿੱਖ ਤੁਹਾਡੇ ਦੇਸ਼ ਖਾਤਰ ਖੜੇ ਆ, ਮੂਹਰੇ ਲੜਦੇ ਆ, ਤੇ ਤੁਸੀਂ ਉਹਨਾਂ ਨੂੰ ਮਾਰ ਰਹੇ ਹੋ। ਨਾ ਕੋਈ ਇਨਸਾਫ ਮਿਲਦਾ ਉੱਥੇ, ਕੁਛ ਵੀ ਨਹੀਂ ਹੈਗਾ। ਉਹਨਾਂ ਨੂੰ ਜੀ ਪੜ੍ਹਾਇਆ ਨਹੀਂ ਜਾਂਦਾ ਜੀ। ਉਹਨਾਂ ਨੂੰ ਨੌਜਵਾਨ ਦਾ, ਹੁਣ ਅੱਗੇ ਸੰਤ ਜਰਨੈਲ ਸਿੰਘ ਭਿੰਡਰਾਲੇ ਸੀਗੇ, ਉਹਨੂੰ ਦੇਖ ਕੇ ਸੇਧ ਮਿਲਦੀ ਸੀ ਜਵਾਨਾਂ ਨੂੰ। ਅੱਜ ਕੱਲ੍ਹ ਉਹਨਾਂ ਦੇ ਜਿਹੜੇ ਹੀਰੋ ਆ ਉਹ ਸਿੰਗਰ ਹੋ ਗਏ ਜੀ। ਉਹ ਕਹਿੰਦੇ ਨੇ ਅਸੀਂ ਆਹ ਕਰ ਦਿੰਦੇ ਆ। ਉਹਨਾਂ ਆਈਡਲ ਹੀ ਉਹਨਾਂ ਨੂੰ ਚਾਹੀਦਾ ਵੀ ਸਾਡਾ ਕੋਈ ਮੂਹਰੇ ਹੋਵੇ ਵੀ ਜਿਹਨੂੰ ਅਸੀਂ ਦੇਖ ਕੇ ਸੇਧ ਲਈਏ। ਉਹ ਸੇਧ ਸਿੰਗਰਾਂ ਨੂੰ ਦੇਖ ਕੇ ਲਈ ਜਾਂਦੇ ਜੀ, ਪੰਜਾਬ ਨੂੰ ਦੱਬਣ ਨੂੰ ਫਿਰਦੇ ਜੀ। ਜਦੋਂ ਹੁਣ ਇਨਸਾਫ ਮੰਗਦਾ ਪੰਜਾਬ ਵੀ ਸਾਨੂੰ ਦਿਓ, ਹੱਕ ਦਿਓ, ਸਾਡੇ ਨਹੀਂ ਮਿਲਦੇ ਜੀ। ਸਾਨੂੰ ਆਪਦਾ ਪੰਜਾਬ ਚਾਹੀਦਾ ਜੀ, ਆਪਦੇ ਹੱਕ ਚਾਹੀਦੇ ਆ। ਜੇ ਉੱਥੇ ਜੀ ਖੜੇ ਆ ਤਾਂ ਸਾਨੂੰ ਮਾਣ ਆਉਣਾ ਚਾਹੀਦਾ ਵੀ ਅਸੀਂ ਉਹ ਧਰਤੀ 'ਤੇ ਖੜੇ ਆ, ਆਪਣੇ ਗੁਰੂਆਂ ਦੀ ਧਰਤੀ 'ਤੇ ਖੜੇ ਆ, ਜਿੱਥੇ ਅਸੀਂ ਕੁਝ ਵੀ ਕਰੀਏ ਸਾਡਾ ਆਪਣਾ ਹੱਕ ਹੋ। ਇਹ ਨਹੀਂ ਹੈਗਾ ਵੀ ਸਾਨੂੰ ਕੋਈ ਸਰਕਾਰ ਆ ਕੇ ਦੱਬ ਦੂ ਵੀ ਤੂੰ ਕੀ ਬੋਲ ਰਿਹਾ, ਕੀ ਨਹੀਂ ਕਰ ਰਿਹਾ। ਮੈਂ ਤਾਂ ਇਹ ਕਹਿਣਾ ਵੀਰੇ, ਆਪਦਾ ਸਾਰੇ ਜਾਣੇ ਇਤਿਹਾਸ ਪੜ੍ਹੋ, ਸਿੱਖੋ ਵੀ ਆਪਣੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ। ਚੰਗੇ ਕੰਮ ਕਰੋ, ਚੰਗਾ ਨਾ ਖੱਟੋ। ਜੇ ਤੁਸੀਂ ਪੱਗ ਬੰਨ੍ਹਦੇ ਹੋ, ਸਰਦਾਰ ਹੋ, ਤਾਂ ਆਪਣੀ ਪਹਿਚਾਣ ਉਹ ਰੱਖੋ ਜੋ ਗੁਰੂਆਂ ਦੀ ਸੀਗੀ। ਇਹ ਨਾ ਹੋਵੇ ਕਿ ਕੱਲ੍ਹ ਨੂੰ ਤੁਸੀਂ ਪੱਗ ਬੰਨ੍ਹ ਕੇ ਕੋਈ ਗਲਤ ਕੰਮ ਕਰੀ ਜਾਂਦੇ ਤੇ ਸਾਰੀ ਕਮਿਊਨਿਟੀ 'ਤੇ ਅਸਰ ਪਵੇ। ਬਿਲਕੁਲ ਕੁਲਦੀਪ ਸਿੰਘ ਜੀ, ਬਹੁਤ ਹੀ ਵਧੀਆ ਵਿਚਾਰ ਸਾਰਿਆਂ ਨੇ ਆਪਣੇ ਦਿੱਤੇ। ਪਰ ਜਿਹੜੇ ਸਾਡੇ ਬਜ਼ੁਰਗ ਸੀ ਜਿਨ੍ਹਾਂ ਨੇ ਪਹਿਲਾਂ ਗੱਲਬਾਤ ਕੀਤੀ, ਆਪਣੇ ਤੇ ਉਹਨਾਂ ਨੇ ਹੰਡਾਇਆ। ਪਰ ਬਹੁਤ ਸਾਰੇ ਨੌਜਵਾਨ ਜਿਹੜੇ ਇੱਥੇ ਆਏ, ਇੰਟਰਨੈਸ਼ਨਲ ਸਟੂਡੈਂਟ ਬੱਚੇ ਵੀ ਸਾਡੇ ਆਪਣੇ ਨੌਜਵਾਨ ਵੀ ਆ, ਬਹੁਤ ਸਾਰਿਆਂ ਨਾਲ ਮੈਂ ਕੋਸ਼ਿਸ਼ ਕੀਤੀ ਗੱਲ ਕਰਨ ਦੀ, ਪਰ ਕੋਈ ਕੈਮਰੇ ਅੱਗੇ ਆਉਣਾ ਨਹੀਂ ਚਾਹੁੰਦਾ। ਉਹ ਕਹਿੰਦੇ ਸਾਨੂੰ ਪਤਾ ਨਹੀਂ, ਅਸੀਂ ਸੁਣਿਆ ਵੀ ਉੱਥੇ ਸਾਡੇ ਨਾਲ ਧੱਕਾ ਹੋਇਆ ਸੀ, ਕਤਲੇਆਮ ਹੋਇਆ ਸੀ ਦਿੱਲੀ 'ਚ, ਪਰ ਵੀ ਡੋਂਟ ਨੋ ਐਨੀਥਿੰਗ। ਸੋ ਬਹੁਤ ਸਾਰਿਆਂ ਨੇ ਨਹੀਂ ਵੀ ਗੱਲ ਕੀਤੀ, ਪਰ ਇਸ ਨੌਜਵਾਨ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਇਹ ਵੀ ਇੱਕ ਇੱਥੇ ਕਹਿ ਲਓ ਕਿ ਨੌਜਵਾਨ ਸਟੂਡੈਂਟ ਹੀ ਆਇਆ ਸੀ, ਆਪਣਾ ਕੰਮ ਕਰ ਰਿਹਾ। ਬੜੀ ਚੰਗੀ ਸੋਚ ਆ ਨੌਜਵਾਨ ਪੀੜ੍ਹੀ ਦੀ। ਚੰਗਾ ਲੱਗਦਾ ਜਦੋਂ ਬੱਚੇ ਆਪਣੇ ਇਤਿਹਾਸ ਨੂੰ ਫੋਲਦੇ ਆ, ਉਹਨਾਂ ਨੂੰ ਪਤਾ ਹੁੰਦਾ ਹੈ। ਅਸਲ 'ਚ ਅੱਜ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੈ ਕਰਨ ਦਾ ਮਕਸਦ ਹੀ ਇਹੀ ਹੈ ਕਿ ਸਾਡਾ ਜਿਹੜਾ ਯੂਥ ਹੈ, ਯੰਗ ਬਲੱਡ ਹੈ, ਉਹਨਾਂ ਨੂੰ ਜਦੋਂ ਕੋਈ ਸਿੱਖੀਜ਼ਮ ਬਾਰੇ ਸਵਾਲ ਪੁੱਛੀਦਾ ਤੇ ਉਹ ਕਹਿੰਦੇ ਵੀ ਆਈ ਡੋਂਟ ਨੋ, ਇੱਕੋ ਹੀ ਜਵਾਬ ਹੁੰਦਾ ਹੈ। ਸੋ ਇਹੀ ਕਾਰਨ ਹੈ ਕਿ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਜੀ। ਆਪਾਂ ਥੋੜਾ ਜਿਹਾ ਪਿੱਛੇ ਚੱਲੀਏ ਇਹਨਾਂ ਹਿੰਸਾ ਵਾਲੇ ਪਾਸੇ। ਜਦੋਂ ਜਰਮਨੀ ਦੇ ਵਿੱਚ ਹਿਟਲਰ ਇੱਕ ਫਿਰਕੇ ਦੇ ਲੋਕਾਂ ਨੂੰ, ਜਿਹੜੇ ਯਹੂਦੀ ਸਨ, ਉਹਨਾਂ ਨੂੰ ਖਤਮ ਕਰਨ ਦੇ ਲਈ ਜਿੰਨਾ ਤਸ਼ੱਦਦ ਉਹ ਕਰਦਾ ਹੈ, ਉਹਨੂੰ ਅੱਜ ਉਸ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਹੋਇਆ। ਤੁਸੀਂ ਉੱਥੇ ਦੀਆਂ ਜੇਲ੍ਹਾਂ 'ਚ ਜਾ ਕੇ ਦੇਖੋ ਕਿਵੇਂ ਟੌਰਚਰ ਕਰਦਾ ਸੀ, ਕਿਵੇਂ ਉਸ ਕੌਮ ਨੂੰ ਬੰਦੀ ਬਣਾ ਕੇ ਰੱਖਦਾ ਸੀ। ਪਰ ਉਹ ਕੌਮ ਇਸ ਵੇਲੇ ਦੁਨੀਆ ਦੇ ਨੰਬਰ 1 ਤੇ ਆ। ਉਹਨਾਂ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ, ਸਭ ਤੋਂ ਵੱਡੇ ਸਾਇੰਸਦਾਨ ਔਰ ਦੁਨੀਆ ਭਰ ਦੇ ਵਿੱਚ ਰਾਜ ਕਰਨ ਵਾਲੇ ਉਹ ਲੋਕ ਨੇ, ਕਿਉਂਕਿ ਆਪਣੇ ਆਪ ਨੂੰ ਮਾਰ ਖਾਣ ਤੋਂ ਬਾਅਦ ਸੰਭਾਲਿਆ। ਪਿਛਲੇ ਦਿਨੀ ਫਰਾਂਸ ਦੇ ਵਿੱਚ ਹਿੰਸਾ ਹੋਈ ਹੈ, ਅਮਰੀਕਾ 'ਚ ਬਹੁਤ ਵਾਰੀ ਅੱਗਾਂ ਲੱਗੀਆਂ ਨੇ, ਹਿੰਸਾ ਹੁੰਦੀ ਰਹਿੰਦੀ ਹੈ। ਮੈਂ ਹੁਣ ਜਾਵਾਂਗਾ ਥੋੜਾ ਜਿਹਾ ਭਾਰਤ ਦੇ ਇਤਿਹਾਸ ਦੇ ਪਿਛਲੇ ਪਾਸੇ। ਜੇ ਆਪਾਂ ਗੱਲ ਕਰੀਏ ਕਿ ਉੱਥੇ ਹਿੰਸਾ ਦੀ ਕੋਈ ਪਹਿਲੀ ਵਾਰੀ ਇਹ ਗੱਲ ਨਹੀਂ ਹੋਈ। ਪਹਿਲੇ ਜਿਹੜੇ ਫਿਰਕੂ ਫਸਾਦ ਇਸ ਤਰ੍ਹਾਂ ਦੇ ਹੋਏ ਨੇ, ਜੇ ਤੁਸੀਂ ਬੁੱਧ ਧਰਮ ਵੱਲ ਨਿਗਾਹ ਮਾਰੋ ਤੇ ਉਹਦੇ ਪੈਰੋਕਾਰ ਸਮਰਾਟ ਅਸ਼ੋਕ ਦੇ ਰਾਜ ਸਮੇਂ ਹੋਇਆ, ਕਿਉਂਕਿ ਉਹਨਾਂ ਦਾ ਦਿਵਿਆ ਵਾਦਨ ਗ੍ਰੰਥ ਹੈ, ਉਹਦੇ ਵਿੱਚ ਬਕਾਇਦਾ ਦਰਜ ਹੈ ਕਿ ਸਨ 250 BC ਦੇ ਵਿੱਚ ਬੁੱਧ ਦੀ ਬੇਇੱਜ਼ਤੀ ਭਰੀ ਜਿਹੜੀ ਤਸਵੀਰ ਹੈ ਉਹ ਬਣਾਉਣ ਕਰਕੇ ਜਿਹੜਾ ਬੋਧੀਆਂ ਨੇ ਜੈਨੀਆਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। ਤੇ ਇਹ ਕੁਝ ਹੀ ਦਿਨਾਂ ਦੇ ਵਿੱਚ 70,000 ਤੋਂ ਵੱਧ ਜੈਨੀਆਂ ਦਾ ਕਤਲ ਹੋਇਆ। 70,000 ਬੜੀ ਵੱਡੀ ਗਿਣਤੀ ਹੈ। ਬਿਲਕੁਲ। ਬਾਕੀ ਸੀ ਜਿਹੜੇ ਜੈਨੀ ਉਹ ਘਰ-ਬਾਰ ਛੱਡ ਕੇ ਜੰਗਲਾਂ 'ਚ ਲੁਕ ਗਏ।
ਇਸੇ ਤਰ੍ਹਾਂ 2 ਮਹੀਨਿਆਂ ਦੇ ਅੰਦਰ ਅੰਦਰ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚੋਂ ਜੈਨ ਧਰਮ ਦਾ ਸਫਾਇਆ ਹੋ ਗਿਆ, ਜੈਨ ਧਰਮ ਖਤਮ ਹੋ ਗਿਆ। ਦਿੱਲੀ ਦੇ ਵਿੱਚ ਜਦੋਂ ਮੁਸਲਮ ਰਾਜ ਦੀ ਸ਼ੁਰੂਆਤ ਹੁੰਦੀ ਹੈ, ਜਿਹਨੂੰ ਅਸੀਂ ਮੁਗਲ ਰਾਜ ਕਹਿੰਦੇ ਆ, ਤੇ ਉਹਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਹਿੰਦੂਆਂ ਦੀ ਸ਼ਾਮਤ ਆ ਗਈ। ਅਜੇ ਜਿਹੜੇ ਕਾਲਰ ਨੇ ਉਹਨਾਂ ਨੂੰ ਬੇਨਤੀ ਹੈ ਕਿ ਥੋੜਾ ਚਿਰ ਜੀ ਹੋਲਡ ਕਰਿਓ, ਤੁਹਾਡੀਆਂ ਕਾਲ ਜ਼ਰੂਰ ਲਵਾਂਗੇ। ਪਹਿਲਾਂ ਸਾਰੀ ਗੱਲਬਾਤ ਆਪਾਂ ਕਰ ਲਈਏ, ਫਿਰ ਤੁਹਾਡੀਆਂ ਕਾਲ, ਤੁਹਾਡੀ ਸ਼ਮੂਲੀਅਤ ਆਪਾਂ ਜ਼ਰੂਰ ਕਰਾਂਗੇ। ਬਿਲਕੁਲ ਜੀ। ਜਦੋਂ ਸ਼ੁਰੂਆਤ ਹੁੰਦੀ ਹੈ ਮੁਗਲ ਰਾਜ ਦੀ, ਤੇ ਕੁਦਰਤੀ ਗੱਲ ਹੈ ਹਿੰਦੂਆਂ ਦੀ ਸ਼ਾਮਤ ਆਈ ਹੈ। ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਫਸਾਦ ਹੁੰਦੇ ਰਹੇ ਨੇ। ਅੰਗਰੇਜ਼ ਰਾਜ ਦੇ ਦੌਰਾਨ ਸਭ ਤੋਂ ਪਹਿਲੇ ਜਿਹੜੇ ਹਿੰਦੂ ਤੇ ਮੁਸਲਮ ਦੰਗੇ ਆ ਉਹ ਕਲਕੱਤੇ ਦੇ ਵਿੱਚ ਹੋਏ ਆ ਜੀ। 1891 ਚ ਹੋਇਆ, ਫਿਰ 1896 ਚ ਹੋਇਆ, ਫਿਰ 1897 ਦੇ ਵਿੱਚ ਹੋਇਆ। ਬੰਗਾਲ ਕਿਉਂਕਿ ਸਭ ਤੋਂ ਵੱਡਾ ਸੂਬਾ ਸੀ, ਸਾਡੇ ਵਾਲਿਆਂ ਨੇ ਪੰਜਾਬ ਤੇ ਬੰਗਾਲ ਨੂੰ ਹੀ ਵੰਡਿਆ। ਭਾਰਤ ਪਾਕਿਸਤਾਨ ਵੇਲੇ 2 ਸੂਬੇ ਹੀ ਵੰਡੇ ਗਏ ਨੇ। ਦੋਵਾਂ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਜਦੋਂ 1947 ਦੇ ਵਿੱਚ ਵੰਡ ਹੋਈ ਹੈ, ਕਿਉਂਕਿ ਪ੍ਰਸ਼ਾਸਨ ਸਹੀ ਤਰੀਕੇ ਨਾਲ ਚਲਾਉਣ ਦੇ ਬਹਾਨੇ ਅੰਗਰੇਜ਼ਾਂ ਨੇ 1905 ਦੇ ਵਿੱਚ 2 ਟੁਕੜੇ ਕਰਤੇ ਜੀ। ਤੇ ਮੁਸਲਮਾਨ ਬਹੁ ਗਿਣਤੀ ਵਾਲਾ ਜਿਹੜਾ ਪੂਰਬੀ ਬੰਗਾਲ ਤੇ ਪੱਛਮੀ ਬੰਗਾਲ ਹਿੰਦੂ ਬਹੁ ਗਿਣਤੀ ਵਾਲਾ, ਇਹ 2 ਇਸ ਤਰ੍ਹਾਂ ਦੇ ਬਣਾਤੇ ਇਹਨਾਂ ਨੇ ਜੀ। ਦੋਵਾਂ ਫਿਰਕਿਆਂ ਨੇ ਇਹ ਮਹਿਸੂਸ ਕੀਤਾ ਅਸਲ ਦੇ ਵਿੱਚ ਕਿ ਸ਼ਾਇਦ ਦੂਸਰੇ ਫਿਰਕੇ ਦਾ ਪੱਖ ਪੂਰਿਆ ਜਾ ਰਿਹਾ, ਤੇ ਸਾਰੇ ਬੰਗਾਲ ਦੇ ਵਿੱਚ ਫਿਰ ਦੁਬਾਰਾ ਦੰਗੇ ਭੜਕ ਗਏ। ਤਕਰੀਬਨ 1907 ਤੱਕ, 1896 91 ਤੋਂ ਚੱਲ ਕੇ 1907 ਤੱਕ ਇਹ ਸਾਰਾ ਕੁਝ ਚੱਲਦਾ ਰਿਹਾ ਜੀ। ਹੌਲੇ ਹੌਲੇ ਹਜ਼ਾਰਾਂ ਹਿੰਦੂ ਮੁਸਲਮਾਨ ਮਾਰੇ ਗਏ। ਤਕਰੀਬਨ ਇੱਕ ਅੰਦਾਜ਼ਾ ਜਿਹੜਾ ਲਾਇਆ ਜਾਂਦਾ ਹੈ 7 ਅਰਬ ਰੁਪਏ ਦੀ ਜਿਹੜੀ ਜਾਇਦਾਦ ਸੀ ਉਸ ਵੇਲੇ। ਜੀ। ਤੁਸੀਂ ਦੇਖੋ ਵੀ ਅੱਜ ਤੋਂ ਤਕਰੀਬਨ 125 ਵਰੇ ਪਹਿਲਾਂ 7 ਅਰਬ ਦੀ ਜਾਇਦਾਦ ਕਿੱਡੀ ਹੋਏਗੀ, ਨਸ਼ਟ ਹੋ ਗਈ, ਬਰਬਾਦ ਕਰ ਦਿੱਤੀ। ਮੋਹਨਦਾਸ ਕਰਮਚੰਦ ਗਾਂਧੀ ਨੇ ਇਹਦੇ ਵਿਰੁੱਧ ਇੱਕ ਅੰਦੋਲਨ ਵੀ ਚਲਾਇਆ ਸੀ, ਤੇ 1911 ਦੇ ਵਿੱਚ ਇਹ ਵੰਡ ਖਤਮ ਕਰਕੇ ਦੁਬਾਰਾ ਬੰਗਾਲ ਦਾ ਜਿਹੜਾ ਏਕੀਕਰਨ ਕੀਤਾ ਗਿਆ। 1913 ਤੋਂ ਲੈ ਕੇ 1930 ਤੱਕ ਬੰਗਾਲ ਦੇ ਵਿੱਚ 13 ਵਾਰ ਫਿਰ ਇਸੇ ਤਰ੍ਹਾਂ ਫਸਾਦ ਹੋਏ, ਹਿੰਦੂ ਮੁਸਲਮ ਫਸਾਦ ਹੋਏ, ਤੇ ਸਭ ਤੋਂ ਭਿਆਨਕ ਫਸਾਦ 1930 ਦੇ ਵਿੱਚ ਦੁਬਾਰਾ ਫਿਰ ਹੋਇਆ। ਉਸ ਫਸਾਦ ਦੇ ਵਿੱਚ ਜਿਹੜੇ ਇਤਿਹਾਸਕਾਰ ਲਿਖਦੇ ਨੇ ਕਿ ਮੁਸਲਮਾਨ ਲੀਗ ਤੇ ਕਲਕੱਤੇ ਦੇ ਵਿੱਚ ਜਿਹੜਾ ਡਾਇਰੈਕਟ ਐਕਸ਼ਨ ਦਾ ਐਲਾਨ ਕੀਤਾ, ਤੇ ਇਹਦੇ ਕਾਰਨ ਤਕਰੀਬਨ 4500 ਵਿਅਕਤੀ ਮਾਰੇ ਤੇ 22,000 ਕਹਿੰਦੇ ਨੇ ਉਸ ਵੇਲੇ ਉਹਦੇ ਵਿੱਚ ਜ਼ਖਮੀ ਹੋਏ। ਗੱਲ ਕਰੀਏ ਆਪਾਂ 15 ਅਗਸਤ 1947 ਦੀ, ਕਿਉਂਕਿ ਸਾਡੇ ਬਜ਼ੁਰਗ ਦੱਸਦੇ ਹੁੰਦੇ ਆ ਕਿ ਕਿਵੇਂ ਉਹਨਾਂ ਹੱਲਿਆਂ ਦੇ ਵਿੱਚ, ਹੱਲੇ ਕਹਿੰਦੇ ਹੁੰਦੇ ਸੀ, ਉਹਨਾਂ ਹੱਲਿਆਂ ਦੇ ਵਿੱਚ ਕਿਵੇਂ ਹਿੰਦੂ ਮੁਸਲਮਾਨ ਸਿੱਖ ਅੱਗ ਦੇ ਵਿੱਚ ਝੁਲਸੇ ਗਏ, ਕੀ ਉਹਦਾ ਬਣਿਆ। ਆਪਾਂ ਨੂੰ ਪਤਾ ਹੈ ਕਿ ਤਕਰੀਬਨ ਲਾਸ਼ਾਂ ਟ੍ਰੇਨਾਂ ਭਰ ਕੇ ਉੱਥੋਂ ਆਉਣ ਲੱਗੀਆਂ, ਤੇ ਉਹਦੇ ਵਿੱਚ ਤਕਰੀਬਨ ਕਿਹਾ ਜਾਂਦਾ ਹੈ ਕਿ 2 ਕਰੋੜ ਦੇ ਲਗਭਗ ਲੋਕ ਬੇਘਰ ਹੋਏ। 2 ਕਰੋੜ ਲੋਕ ਜੀ ਘਰੋਂ ਬੇਘਰ ਹੋਏ, ਇਧਰੋਂ ਉਧਰ ਗਏ, ਉਧਰੋਂ ਇੱਧਰ ਆਏ, ਤੇ ਇਹਦੇ ਨਾਲ ਨਾਲ ਤਕਰੀਬਨ 5 ਲੱਖ ਵਿਅਕਤੀ ਨੇ ਜਿਹੜੇ ਉਹ ਇਹਨਾਂ ਫਸਾਦਾਂ ਦੀ ਭੇਂਟ ਚੜੇ। 1969 ਦੀ ਗੱਲ ਕਰੀਏ, ਅਹਿਮਦਾਬਾਦ ਦੇ ਵਿੱਚ ਇਹ ਦੰਗੇ ਹੌਲੇ ਹੌਲੀ ਸ਼ੁਰੂ ਹੁੰਦੇ ਨੇ, ਗੁਜਰਾਤ ਦੇ ਵਿੱਚ ਫੈਲਦੇ ਨੇ। ਅਹਿਮਦਾਬਾਦ, ਬੜੌਦਾ, ਮੋਹਸਨਾ, ਨਾਂਦਿਆੜ ਤੇ ਅਨੰਤ ਦੇ ਨਾਲ ਜਿਹੜੇ ਗੌਂਡਲ ਜ਼ਿਲ੍ਹੇ ਸੀ, ਸਭ ਤੋਂ ਵੱਧ ਉਹਨਾਂ ਦਿਨਾਂ 'ਚ 1969 ਦੇ ਵਿੱਚ ਨੁਕਸਾਨ ਹੋਇਆ। ਜੇ ਤੁਸੀਂ ਥੋੜੀ ਜਿਹੀ ਹਿਸਟਰੀ ਨੂੰ ਪੜ੍ਹ ਕੇ ਦੇਖੋ ਤਾਂ ਇਹਦੇ ਵਿੱਚ ਤਕਰੀਬਨ 2000 ਵਿਅਕਤੀ ਮਾਰੇ ਜਾਂਦੇ ਨੇ। ਇਹ ਆਪਸੀ ਦੰਗੇ, ਸਿਰਫ ਧਰਮਾਂ ਦੇ ਦੰਗੇ, ਫਿਰਕਿਆਂ ਦੇ ਦੰਗੇ, ਤੇ ਇਹਦੇ ਨਾਲ ਹੌਲੇ ਹੌਲੇ ਇੱਕ ਛੋਟੇ ਜਿਹੇ ਦੰਗਾ ਕਿਸੇ ਆਪਸੀ ਛੋਟੇ ਜਿਹੇ ਝਗੜੇ ਤੋਂ ਸ਼ੁਰੂ ਹੋਇਆ ਸੀ, ਤੇ ਕਈ ਇੱਕ ਵੱਡੀ ਚੰਗਿਆੜੀ ਬਣ ਗਿਆ। ਤੇ ਇਸ ਤੋਂ ਅੱਗੇ ਤੁਰੀਏ, ਜਦੋਂ ਜੂਨ ਦੇ ਪਹਿਲੇ ਹਫਤੇ 3 ਜੂਨ ਨੂੰ ਸੱਚਖੰਡ ਦਰਬਾਰ ਸਾਹਿਬ ਤੇ ਉਹਦੇ ਨਾਲ 36 ਹੋਰ ਗੁਰਦੁਆਰਿਆਂ ਤੇ ਭਾਰਤੀ ਫੌਜ ਹਮਲਾ ਕਰਦੀ ਹੈ, ਤੇ ਉਸ ਵਕਤ ਤਕਰੀਬਨ 10,000 ਤੋਂ ਵੱਧ ਬੇਦੋਸ਼ੇ ਤੇ ਨਿਹੱਥੇ ਲੋਕ ਮਾਰੇ ਜਾਂਦੇ ਆ ਜੀ। ਫੜਨਾ ਤਾਂ ਸੀ ਵੱਧ ਤੋਂ ਵੱਧ 100 ਜਾਂ 150 ਵਿਅਕਤੀਆਂ ਨੂੰ, ਤੇ 10,000 ਤੋਂ ਵੱਧ ਲੋਕ ਨਿਹੱਥੇ ਮਾਰੇ ਜਾਂਦੇ ਆ। ਦਰਬਾਰ ਸਾਹਿਬ ਦੇ ਉੱਪਰਲੇ ਪਾਸੇ ਅੰਦਰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਸੀ, ਉਹਦੇ ਵਿੱਚ ਵੀ ਗੋਲੀ ਲੱਗੀ। ਉੱਪਰਲੇ ਪਾਸੇ 300 ਤੋਂ ਵੱਧ ਗੋਲੀਆਂ ਲੱਗੀਆਂ। ਅਕਾਲ ਤਖਤ ਢਹਿ ਢੇਰੀ ਹੋ ਗਿਆ। ਪ੍ਰਕਰਮਾਂ ਦੇ ਵਿੱਚ ਆਪਾਂ ਸਾਰਿਆਂ ਨੇ ਜਿਹੜੇ ਜਿਨ੍ਹਾਂ ਨੇ ਦੇਖਿਆ, ਭਾਵੇਂ ਛੋਟੇ ਸਨ ਜਾਂ ਵੱਡੇ ਸਨ, ਸਾਰਾ ਕੁਝ ਦੇਖਿਆ ਜੀ। ਪਰ ਉਹਦਾ ਬਦਲਾ ਲੈਣ ਦੇ ਲਈ
ਜਿਹੜੇ ਉਸ ਵੇਲੇ ਦੇ ਨੌਜਵਾਨ ਸੀ ਉਹਨਾਂ ਦੇ ਮਨ ਦੇ ਵਿੱਚ ਇੱਕ ਚਿੰਨ੍ਹ ਉਪਜੀ ਜੀ ਬਿਲਕੁਲ ਕਿ ਭਾਰਤ ਦੀ ਜਿਹੜੀ ਫੌਜ ਹੈ ਉਹ ਭਾਰਤ ਦੇ ਦੇਸ਼ ਵਾਸੀਆਂ ਦੀ ਜਿਹੜੇ ਉੱਥੇ ਦੇ ਵਸਨੀਕ ਨੇ ਉਹਨਾਂ ਦੀ ਰੱਖਿਆ ਕਰਨ ਲਈ ਹੈ, ਨਾ ਕਿ ਖਤਮ ਕਰਨ ਲਈ ਹੈ। ਬਸ ਉਸ ਵੇਲੇ ਸਤਵੰਤ ਸਿੰਘ, ਬੇਅੰਤ ਸਿੰਘ, ਕੇਰ ਸਿੰਘ ਤੇ ਬਲਬੀਰ ਸਿੰਘ, ਇਹ ਸਾਰੇ ਉਸ ਵੇਲੇ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ, ਉਹਦੇ ਸੁਰੱਖਿਆ ਗਾਰਡਾਂ ਦੇ ਵਿੱਚ ਸ਼ਾਮਲ ਸਨ। ਤੇ ਜਦੋਂ ਦਰਬਾਰ ਸਾਹਿਬ ਛੁੱਟੀ ਦੇ ਵੇਲੇ ਆਉਂਦੇ ਨੇ, ਜੂਨ ਤੋਂ ਬਾਅਦ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅੱਖਾਂ ਦੇ ਵਿੱਚੋਂ ਫਿਰ ਖੂਨ ਦੇ ਹੰਝੂ ਵਹਿੰਦੇ ਉਹਨਾਂ ਦੇ। ਉਹ ਕਹਿੰਦੇ ਆ ਵੀ ਸੱਚਖੰਡ ਦਰਬਾਰ ਸਾਹਿਬ ਨੂੰ ਇਸ ਤਰ੍ਹਾਂ ਢਹਿ ਢੇਰੀ ਇਸ ਪ੍ਰਧਾਨ ਮੰਤਰੀ ਨੇ ਕੀਤਾ ਜਿਹਦੀ ਅਸੀਂ ਰੱਖਿਆ ਕਰਦੇ ਹਾਂ। ਫਿਰ ਅਰਦਾਸ ਕਰਕੇ ਆਏ ਸੀ ਕਿ ਗੁਰੂ ਸਾਹਿਬ ਸਾਨੂੰ ਹਿੰਮਤ ਬਖਸ਼ੀ, ਅਸੀਂ ਤੁਹਾਡੇ ਹੋਏ ਇਸ ਜਿਹੜੇ ਨੁਕਸਾਨ ਦਾ ਅਸੀਂ ਬਦਲਾ ਜ਼ਰੂਰ ਲਵਾਂਗੇ। ਹੁਣ ਆਪਾਂ ਥੋੜਾ ਜਿਹਾ, ਮੈਂ ਹੋਰ ਅੱਗੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਇਸ ਤੋਂ ਬਾਅਦ ਬੜੇ ਕਤਲੇਆਮ ਹੋਏ, ਬੜਾ ਕੁਝ ਹੋਇਆ, ਬੜੇ ਦੰਗੇ ਹੋਏ। ਮੈਂ ਉਧਰਲੇ ਪਾਸੇ ਅੱਜ ਨਹੀਂ ਜਾਣਾ। ਮੈਂ ਸਿਰਫ ਤੇ ਸਿਰਫ ਜਾਣਾ ਚਾਹੁੰਦਾ ਕਿ ਜਦੋਂ 30 ਅਕਤੂਬਰ ਦਾ ਦਿਨ ਹੈ, 30 ਅਕਤੂਬਰ ਦੇ ਦਿਨ ਵਾਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇੱਕ ਭਾਸ਼ਣ ਦਿੰਦੀ ਹੈ, ਕਿਉਂਕਿ ਉਹਦੇ ਜਿੰਨੇ ਵੀ ਭਾਸ਼ਣ ਨੇ ਉਹਦੀ ਜਿਹੜੀ ਸੂਚਨਾ ਸਲਾਹਕਾਰ ਸੀ HY ਸ਼ਾਰਦਾ ਪ੍ਰਸਾਦ, ਉਹ ਹਮੇਸ਼ਾ ਤਿਆਰ ਕਰਦੇ ਸੀ, ਤਿਆਰ ਕਰਕੇ ਤੇ ਪ੍ਰਧਾਨ ਮੰਤਰੀ ਨੂੰ ਦਿੰਦੇ ਸਨ। ਜਦੋਂ ਪ੍ਰਧਾਨ ਮੰਤਰੀ ਲੈਕਚਰ ਕਰ ਰਹੇ ਨੇ 30 ਤਰੀਕ ਨੂੰ, ਤੇ ਉਹਨਾਂ ਦੇ ਤੇਵਰ ਕੁਝ ਬਦਲੇ ਹੋਏ ਨਜ਼ਰ ਆਏ, ਕਿਉਂਕਿ ਇਸ ਗੱਲ ਦੀ ਪੁਸ਼ਟੀ ਰਿਹਾਨ ਫਜ਼ਲ ਹੈ ਜਿਹੜਾ ਉਹਨੇ ਕੀਤੀ ਹੈ ਬਕਾਇਦਾ। ਇੰਦਰਾ ਗਾਂਧੀ ਨੇ ਇਹ ਗੱਲ ਕਹੀ, ਅੱਜ ਮੈਂ ਇੱਥੇ ਹਾਂ, ਸ਼ਾਇਦ ਕੱਲ ਨੂੰ ਨਾ ਹੋਵਾਂ। ਇਹ 30 ਅਕਤੂਬਰ ਦਾ ਲੈਕਚਰ ਹੈ। ਮੈਨੂੰ ਚਿੰਤਾ ਨਹੀਂ ਕਿ ਮੈਂ ਰਹਾਂ ਜਾਂ ਨਾ ਰਹਾਂ, ਪਰ ਮੇਰਾ ਜੀਵਨ ਲੰਬਾ ਰਿਹਾ ਹੈ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਮੈਂ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ 'ਚ ਲਾਇਆ। ਮੈਂ ਆਖਰੀ ਸਾਹ ਤੱਕ ਇਹੀ ਕਹਿੰਦੀ ਰਹਾਂਗੀ ਕਿ ਜਦੋਂ ਮੈਂ ਮਰਾਂਗੀ ਮੇਰੇ ਖੂਨ ਦਾ ਇੱਕ ਇੱਕ ਕਤਰਾ ਭਾਰਤ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇਗਾ। ਇਹ 30 ਅਕਤੂਬਰ ਦਾ ਲੈਕਚਰ ਹੈ। 31 ਭਾਸ਼ਣ ਦੇਣ ਤੋਂ ਬਾਅਦ ਜਦੋਂ ਵਾਪਸ ਪਰਤੇ ਨੇ ਤਾਂ ਰਾਜਪਾਲ ਜਿਹੜਾ ਬਿਸ਼ੰਬਰਨਾਥ ਪਾਂਡੇ ਸੀ, ਉਹਨੇ ਕਿਹਾ ਕਿ ਤੁਸੀਂ ਹਿੰਸਕ ਮੌਤ ਦਾ ਜ਼ਿਕਰ ਕੀਤਾ ਹੈ, ਇਹ ਕਹਿ ਕੇ ਮੈਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰ ਬੀਬੀ ਦਾ ਜਵਾਬ ਸੀ ਕਿ ਮੈਂ ਜਿਹੜੀ ਇਹ ਗੱਲ ਕੀਤੀ ਹੈ ਤੱਥਾਂ ਤੇ ਆਧਾਰਿਤ ਗੱਲ ਕੀਤੀ ਹੈ। ਸਵੇਰੇ ਤਕਰੀਬਨ 31 ਅਕਤੂਬਰ ਦਾ ਦਿਨ ਹੈ, 7:30 ਵਜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤਿਆਰ ਹੁੰਦੀ ਹੈ। ਤਿਆਰ ਹੋ ਕੇ ਕੇਸਰੀ ਰੰਗ ਦੀ ਉਹਨੇ ਸਾੜੀ ਪਾਈ ਹੋਈ ਹੈ ਤੇ ਉਹਦੀ ਮੁਲਾਕਾਤ ਰਸ਼ੀਆ ਦਾ ਜਿਹੜਾ ਪੀਟਰ ਉਸਤੀਨੋਵ ਹੈ ਉਹਦੇ ਨਾਲ ਸੀ, ਜਿਹੜਾ ਇੰਦਰਾ ਗਾਂਧੀ ਦੇ ਉੱਤੇ ਇੱਕ ਫਿਲਮ ਬਣਾ ਰਿਹਾ ਸੀ। ਜੀ ਬਿਲਕੁਲ। ਜਦੋਂ ਅਸੀਂ ਗੱਲ ਕਰਦੇ ਹਾਂ 31 ਅਕਤੂਬਰ ਦੀ, ਜੀ, ਉਹ ਤੇ ਫਿਲਮ ਬਣਾ ਰਿਹਾ ਸੀ ਕਿਉਂਕਿ ਉਹਨੇ ਜੀ ਇੱਕ ਦਿਨ ਪਹਿਲਾਂ ਉੜੀਸਾ ਵੀ ਗਏ ਸੀ। ਉੜੀਸਾ ਦੇ ਦੌਰੇ ਦੌਰਾਨ ਵੀ ਉਹਨੇ ਸ਼ੂਟਿੰਗ ਕੀਤੀ ਸੀ। ਦੁਪਹਿਰ ਦੇ ਵਕਤ ਇਹਨਾਂ ਦਾ ਜਿਹੜਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਸਨ, ਸਾਬਕਾ ਪ੍ਰਧਾਨ ਮੰਤਰੀ ਜੇਮਸ ਕੈਲੀਗਨ ਤੇ ਇੱਕ ਮਿਜ਼ੋਰਮ ਦੇ ਆਗੂ ਸੀ, ਉਹਨਾਂ ਨੂੰ ਮਿਲਣਾ ਸੀ। ਜੀ ਸ਼ਾਮ ਦਾ ਖਾਣਾ, ਸ਼ਾਮ ਦਾ ਜਿਹੜਾ ਖਾਣਾ ਸੀ, ਸਾਰੀ ਪਲੈਨਿੰਗ, ਕਿਉਂਕਿ ਪ੍ਰਧਾਨ ਇੱਕ ਮਿੰਟ ਦਾ ਸਕੇਜੂਲ ਹੁੰਦਾ ਹੈ। ਜੀ ਜੀ ਬਿਲਕੁਲ। ਸ਼ਾਮ ਦਾ ਜਿਹੜਾ ਉਹਦਾ ਖਾਣਾ ਸੀ, ਬਰਤਾਨੀਆ ਦੀ ਰਾਜਕੁਮਾਰੀ ਐਨ ਨੂੰ ਖਾਣੇ ਦੇ ਉੱਤੇ ਸੱਦਿਆ ਹੋਇਆ ਸੀ ਤੇ ਸਵੇਰੇ ਉੱਠੇ ਨੇ, ਬ੍ਰੇਕਫਾਸਟ ਕੀਤੀ ਆ। ਜਿਹੜੇ ਉੱਥੇ ਦੇ ਰਹਿਣ ਵਾਲੇ ਨਾਲ ਲੋਕ ਨੇ ਉਹ ਦੱਸਦੇ ਨੇ ਕਿ ਸਵੇਰੇ 2 ਟੋਸਟ ਲਏ ਨੇ, ਸੰਤਰੇ ਦਾ ਜੂਸ ਤੇ ਅੰਡੇ ਲਏ ਨੇ ਤੇ ਬਾਹਰ ਨੂੰ ਤੁਰ ਪਏ ਨੇ। 9:10 ਤੇ ਜਦੋਂ ਇੰਦਰਾ ਗਾਂਧੀ ਬਾਹਰ ਆਏ ਨੇ, ਬੜੀ ਵਧੀਆ ਧੁੱਪ ਨਿਕਲੀ ਹੋਈ ਸੀ ਜੀ, ਤੇ ਉਹਨਾਂ ਨੂੰ ਧੁੱਪ ਤੋਂ ਬਚਾਉਣ ਦੇ ਲਈ ਉਹਨਾਂ ਦਾ ਜਿਹੜਾ ਨੇੜੇ ਦਾ ਸਿਪਾਹੀ ਸੀ ਨਰਾਇਣ ਸਿੰਘ, ਉਹਨੇ ਕਾਲੀ ਛਤਰੀ ਲਈ ਹੈ ਤੇ ਨਾਲ ਉਹਦੇ ਚੱਲ ਪਿਆ। ਥੋੜਾ ਜਿਹਾ ਅੱਗੇ ਗਏ ਨੇ ਕਿਉਂਕਿ ਆਰ ਕੇ ਧਵਨ ਉਹਨਾਂ ਦੇ ਬੜੇ ਨਿੱਜੀ ਸਹਾਇਕ ਸਨ। ਆਰ ਕੇ ਧਵਨ ਹਮੇਸ਼ਾ ਨਾਲ ਰਹਿੰਦੇ ਸੀ ਤੇ ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਦਾ ਜਿਹੜਾ ਪਰਸਨਲ ਸੇਵਾਦਾਰ ਸੀ, ਸੇਵਕ ਰਾਮ, ਉਹ ਵੀ ਸੇਵਕ ਸੀ ਜਿਹੜਾ ਨੱਥੂ ਰਾਮ, ਉਹ ਵੀ ਬਿਲਕੁਲ ਬਰਾਬਰ ਨਾਲ ਤੁਰ ਰਿਹਾ ਸੀ। ਤੇ ਸਭ ਤੋਂ ਪਿੱਛੇ ਉਹਨਾਂ ਦਾ ਜਿਹੜਾ ਸੁਰੱਖਿਆ ਅਫਸਰ ਸੀ, ਉਹਦਾ ਨਾਂ ਹੈ ਸਬ ਇੰਸਪੈਕਟਰ ਰਮੇਸ਼ਵਰ ਦਿਆਲ, ਜਿਹੜਾ ਜਿਹਨੂੰ ਆਪਾਂ ਗਨਮੈਨ, ਪਰਸਨਲ ਗਨਮੈਨ ਕਹਿੰਦੇ ਆ। ਜੀ ਜੀ। ਤੇ ਜਦੋਂ ਉਹ ਸਾਹਮਣੇ ਭਾਂਡੇ ਲੈ ਕੇ ਤੁਰਨ ਲੱਗਾ ਤੇ ਉਹਨੇ ਕਿਹਾ ਕਿ ਉਸਦੀ ਨੇਮ ਨੂੰ ਚਾਹ ਪਿਲਾਉਣੀ ਹੈ ਤੇ ਇੰਦਰਾ ਗਾਂਧੀ ਕਹਿਣ ਲੱਗੀ ਕਿ ਇਹਦੇ ਲਈ ਤੁਸੀਂ ਦੂਜਾ ਨਵਾਂ ਸੈੱਟ ਲੈ ਕੇ ਆਓ, ਦੂਜਾ ਟੀ-ਸ਼ਰਟ ਕੱਢਣਾ ਸੀ। ਤੇ ਜਦੋਂ ਕਹਿੰਦੇ ਨੇ ਕਿ ਇੰਦਰਾ ਗਾਂਧੀ 1 ਅਕਬਰ ਰੋਡ
ਉਹਨਾਂ ਦੀ ਜਿਹੜੀ ਰਿਹਾਇਸ਼ ਹੈ ਮੇਨ ਸਫਤਰਗੰਜ ਰੋਡ ਦੇ ਉੱਤੇ, ਉਹਦੇ ਨਾਲ ਜੁੜਨ ਵਾਲਾ ਇੱਕ ਗੇਟ ਹੈ। ਜਿਉਂ ਹੀ ਗੇਟ ਦੇ ਉੱਤੇ ਪਹੁੰਚਦੇ ਨੇ, ਧਵਨ ਨਾਲ ਗੱਲਾਂ ਕਰ ਰਹੇ ਨੇ। ਧਵਨ ਨੂੰ ਦੱਸ ਰਿਹਾ ਸੀ ਕਿ ਉਹਨਾਂ ਦੇ ਹੁਕਮ ਮੁਤਾਬਕ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਹੁਣੀ ਯਮਨ ਦੇ ਦੌਰੇ ਦੇ ਉੱਤੇ ਗਏ ਹੋਏ ਸਨ। ਇਹ ਚੇਤੇ ਕਰਾਉਣਾ ਜ਼ਰੂਰੀ ਹੈ। ਤੇ 7 ਵਜੇ ਉਹਨਾਂ ਨੇ ਦਿੱਲੀ ਲੈਂਡ ਕਰਨਾ ਸੀ। ਤੇ ਜਦੋਂ ਪਾਲਮ ਹਵਾਈ ਅੱਡੇ ਤੇ ਰਿਸੀਵ ਕਰਨ ਲਈ ਇੰਦਰਾ ਨੇ ਜਿਹੜੀ ਬਰਤਾਨੀਆ ਦੀ ਰਾਜਕੁਮਾਰੀ ਐਨ ਨੂੰ ਦਿੱਤੀ ਜਾਣ ਵਾਲੀ ਪਾਰਟੀ ਦੇ ਵਿੱਚ ਵੀ ਸ਼ਾਮਲ ਹੋਣਾ ਸੀ, ਕਿਉਂਕਿ ਟਾਈਮਿੰਗ ਇਹੋ ਜਿਹਾ ਐਡਜਸਟ ਕੀਤਾ ਹੋਇਆ ਸੀ। ਤੇ ਅਚਾਨਕ ਜਿਹੜਾ ਉੱਥੇ ਤੈਨਾਤ ਸੁਰੱਖਿਆ ਅਫਸਰ ਬੇਅੰਤ ਸਿੰਘ ਸੀ, ਉਹਨੇ ਫਿਰ ਕੱਢੀ ਗੋਲੀ ਤੇ ਇੰਦਰਾ ਤੇ ਫਾਇਰ ਕੀਤਾ ਤੇ ਗੋਲੀ ਸਿੱਧੀ ਇੰਦਰਾ ਦੇ ਢਿੱਡ ਦੇ ਵਿੱਚ ਵੱਜੀ ਹੈ। ਇੰਦਰਾ ਨੇ ਆਪਣੇ ਚਿਹਰੇ ਨੂੰ ਬਚਾਉਣ ਲਈ ਕਹਿੰਦੇ ਸੱਜਾ ਹੱਥ ਚੁੱਕਿਆ ਤੇ ਬੇਅੰਤ ਸਿੰਘ ਨੇ ਬਿਲਕੁਲ ਪੁਆਇੰਟ ਬਲੈਂਕ ਰੇਂਜ ਤੋਂ 2 ਹੋਰ ਫਾਇਰ ਕਰ ਦਿੱਤੇ। ਤੇ ਫਾਇਰ ਕਰਦਿਆਂ ਹੀ ਇਹ ਗੋਲੀਆਂ ਸੀ ਜਿਹੜੀਆਂ ਉਹਦੇ ਕਮਰ ਤੇ ਸਾਹਮਣੇ ਸੀਨੇ ਦੇ ਵਿੱਚ ਲੱਗੀਆਂ। ਤੇ ਬੇਅੰਤ ਸਿੰਘ ਉਸੇ ਵੇਲੇ ਚੀਕਿਆ ਜ਼ੋਰ ਕੇ ਕਿ ਸਤਵੰਤਸਿਆ ਕੀ ਕਰਦਾ ਹੁਣ, ਦਾ ਗੋਲੀ। ਤੇ 5 ਫੁੱਟ ਦੀ ਦੂਰੀ ਦੇ ਉੱਤੇ ਸਤਵੰਤ ਸਿੰਘ ਸੀ। ਸਤਵੰਤ ਸਿੰਘ ਨੇ ਜਿਹੜੀ ਉਹਦੇ ਕੋਲ ਆਟੋਮੈਟਿਕ ਕਾਰਬਾਈਨ ਸੀ ਉਹ ਨਾਲ ਖੜਾ ਸੀ। ਇੰਦਰਾ ਗਾਂਧੀ ਨੂੰ ਡਿੱਗਦਿਆਂ ਦੇਖ ਕੇ ਉਹ ਦਹਿਸ਼ਤ ਦੇ ਵਿੱਚ ਆ ਗਿਆ ਤੇ ਆਪਣੀ ਥਾਂ ਤੋਂ ਹਿੱਲਿਆ ਨੇ। ਬੇਅੰਤ ਨੇ ਉਸੇ ਵੇਲੇ ਉਹਨੂੰ ਜ਼ੋਰ ਦੇ ਕੇ ਆਵਾਜ਼ ਕਿਹਾ ਕਿ ਗੋਲੀ ਚਲਾ। ਤੇ ਸਤਵੰਤ ਸਿੰਘ ਨੇ ਫੌਰਨ ਆਪਣੀ ਆਟੋਮੈਟਿਕ ਕਾਰਬਾਈਨ ਦੇ ਨਾਲ 25 ਦੀਆਂ 25 ਗੋਲੀਆਂ ਜਿਹੜੀਆਂ ਉਹ ਇੰਦਰਾ ਗਾਂਧੀ ਦੀ ਬੋਡੀ ਦੇ ਵਿੱਚ ਛਲਣੀ ਕਰ ਦਿੱਤਾ। ਤੇ ਉਹਦੇ ਨਾਲ ਹੀ ਜਿਹੜੇ ਹੋਰ ਨਾਲ ਦੇ ਮੁਲਾਜ਼ਮ ਸੀ ਉਹ ਦੇਖ ਰਹੇ ਸੀ ਕਿ ਸਤਵੰਤ ਸਿੰਘ ਫਾਇਰ ਕਰ ਰਹੇ ਹੈ। ਰਮੇਸ਼ਵਰ ਦਿਆਲ ਜਿਹੜਾ ਉਹਦਾ ਪਰਸਨਲ ਗਨਮੈਨ ਸੀ, ਉਹਨੇ ਅੱਗੇ ਦੌੜਨਾ ਸ਼ੁਰੂ ਕੀਤਾ, ਪਰ ਇੰਦਰਾ ਤੱਕ ਪਹੁੰਚਣ ਤੋਂ ਪਹਿਲਾਂ ਸਤਵੰਤ ਸਿੰਘ ਵੱਲੋਂ ਚਲਾਈਆਂ ਗੋਲੀਆਂ ਉਹਨਾਂ ਦੇ ਪੱਟ ਤੇ ਪੈਰ ਦੇ ਵਿੱਚ ਲੱਗੀਆਂ। ਉਹ ਥਾਂ ਹੀ ਢੇਰੀ ਹੋ ਗਿਆ। ਬਸ ਇੰਦਰਾ ਗਾਂਧੀ ਨਾਲ ਕੰਮ ਕਰਦੇ ਲੋਕਾਂ ਨੇ ਜਿਹੜਾ ਉਸ ਵੇਲੇ ਦੇਖਿਆ, ਇੱਕ ਦੂਜੇ ਨੂੰ ਹੁਕਮ ਦੇਣ ਲੱਗੇ। ਅਕਬਰ ਰੋਡ ਤੋਂ ਇੱਕ ਪੁਲਿਸ ਅਫਸਰ ਹੈ ਦਿਨੇਸ਼ ਕੁਮਾਰ ਭੱਟ ਜੀ, ਇਹ ਦੇਖਣ ਲਈ ਬਾਹਰ ਹੈ ਕਿ ਰੌਲਾ ਕਾਹਦਾ ਪਿਆ। ਤੇ ਉਸੇ ਵਕਤ ਸਤਵੰਤ ਸਿੰਘ ਨੇ ਆਪਣੇ ਜਿਹੜੇ ਹਥਿਆਰ ਸੀ ਉਹ ਸੁੱਟ ਦਿੱਤੇ ਤੇ ਬੇਅੰਤ ਸਿੰਘ ਨੇ ਕਿਹਾ ਅਸੀਂ ਜੋ ਕਰਨਾ ਸੀ ਅਸੀਂ ਕਰ ਦਿੱਤਾ, ਹੁਣ ਤੁਸੀਂ ਜੋ ਕਰਨਾ ਕਰ ਲਓ। ਫਿਰ ਬੇਅੰਤ ਸਿੰਘ ਨੂੰ ਫਿਰ ਉਸੇ ਵੇਲੇ ਗੋਲੀਆਂ ਨਾਲ ਉੱਥੇ ਛਾਨੀ ਕਰ ਦਿੱਤਾ। ਨਰੈਣ ਸਿੰਘ ਜਿਹੜਾ ਵਿਅਕਤੀ ਸੀ ਤੇ ਉਸ ਤੋਂ ਬਾਅਦ ਜਿਹੜਾ ਨੇੜੇ ਦਾ ਗਾਰਡ ਰੂਮ ਸੀ ਉਹਦੇ ਤੋਂ ITBP ਦੇ ਜਿਹੜੇ ਜਵਾਨ ਸੀ ਉਸ ਵੇਲੇ ਭੱਜਦੇ ਆ ਤੇ ਸਤਵੰਤ ਨੂੰ ਗੋਲੀਆਂ ਮਾਰੀਆਂ ਤੇ ਉਹਨੂੰ ਘੇਰੇ 'ਚ ਲੈ ਲਿਆ। ਐਂਬੂਲੈਂਸ ਹਮੇਸ਼ਾ ਉੱਥੇ ਖੜੀ ਰਹਿੰਦੀ ਸੀ, ਪਰ ਉਸ ਦਿਨ ਉਹਦਾ ਡਰਾਈਵਰ ਉੱਥੇ ਹੈ ਨਹੀਂ ਸੀ। ਅਚਨਚੇਤ, ਕਿ ਪਤਾ ਨਹੀਂ ਸੀ, ਸਵੇਰ ਦਾ ਟਾਈਮ ਸੀ, ਪਤਾ ਥੋੜਾ ਸੀ ਕੀ ਬਣ ਜਾਣਾ। ਪਰ ਇੰਨੀ ਦੇਰ ਦੇ ਵਿੱਚ ਜਿਹੜਾ ਇੰਦਰਾ ਗਾਂਧੀ ਦਾ ਸਲਾਹਕਾਰ ਸੀ ਮਾਖਣ ਲਾਲ ਫੋਤੇਦਾਰ, ਉਹਨੇ ਕਿਹਾ ਜਲਦੀ, ਚੀਕ ਕੇ ਕਿਹਾ ਉਹਨੇ ਕਿ ਕਾਰ ਕੱਢੋ ਜਲਦੀ, ਇਹਨੂੰ ਲੈ ਕੇ ਚੱਲੀਏ। ਇੰਦਰਾ ਗਾਂਧੀ ਨੂੰ ਜ਼ਮੀਨ ਤੋਂ ਚੁੱਕ ਕੇ RK ਧਵਨ ਤੇ ਉਹਦੇ ਜਿਹੜੇ ਸੁਰੱਖਿਆ ਮੁਲਾਜ਼ਮ ਦਿਨੇਸ਼ ਭੱਟ ਨੇ ਉਹਨੇ ਚੁੱਕ ਕੇ ਚਿੱਟੇ ਰੰਗ ਦੀ ਜਿਹੜੀ ਅੰਬੈਸਡਰ ਕਾਰ ਹੈ ਉਹਦੀ ਪਿਛਲੀ ਸੀਟ ਦੇ ਵਿੱਚ ਉਹਨਾਂ ਨੂੰ ਬਿਠਾਇਆ ਤੇ ਨਾਲ ਦੀ ਨਾਲ ਅੱਗੇ ਦੀ ਸੀਟ ਦੇ ਵਿੱਚ ਜਿਹੜੇ ਧਵਨ ਫੋਤੇਦਾਰ ਤੇ ਡਰਾਈਵਰ ਬੈਠੇ। ਤੇ ਜਿਉਂ ਹੀ ਕਾਰ ਕਹਿੰਦੇ ਨੇ ਕਿ ਅੱਗੇ ਚੱਲਣ ਲੱਗੀ ਤੇ ਇੱਕਦਮ ਸੋਨੀਆ ਗਾਂਧੀ ਨੰਗੇ ਪੈਰੀਂ ਭੱਜਦੀ ਹੈ ਤੇ ਉਹ ਆ ਕੇ ਪਿਛਲੀ ਸੀਟ ਦੇ ਵਿੱਚ ਆਪਣੀ ਸੱਸ ਨੂੰ ਗੋਦੀ ਦੇ ਵਿੱਚ ਲੈਂਦੀ ਹੈ। ਭਾਵੇਂ ਉਹਦੀ ਸਾਰੀ ਲਿਬੜ ਜਾਂਦੀ ਹੈ, ਪਰ ਉਹ ਸਿੱਧਾ ਹੀ ਹਸਪਤਾਲ ਪਹੁੰਚਦੇ ਨੇ। 9:32 ਤੇ ਏਮਜ਼ ਹਸਪਤਾਲ ਪਹੁੰਚਦੇ ਨੇ। ਉੱਥੇ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇਹ ਭਾਣਾ ਵਾਪਰ ਗਿਆ। ਤੇ ਇੰਦਰਾ ਗਾਂਧੀ ਦਾ ਜਿਹੜਾ ਬਲੱਡ ਗਰੁੱਪ ਸੀ ਉਹ RH ਨੈਗੇਟਿਵ ਸੀ, ਸੋ ਜਿਹਦੇ ਕਰਕੇ ਕਾਫੀ ਸਟਾਕ ਉੱਥੇ ਪਿਆ ਸੀ। ਹਸਪਤਾਲ ਦੇ ਸਟਾਫ ਨੇ ਤਕਰੀਬਨ ਕਹਿੰਦੇ ਨੇ ਕਿ 80 ਤੋਂ ਵੱਧ ਬੋਤਲਾਂ ਜਿੰਨੀਆਂ ਬੋਡੀ 'ਚ ਹੁੰਦੀਆਂ ਨੇ 3 ਗੁਣਾ ਵੱਧ ਬੋਤਲਾਂ ਚੜਾਈਆਂ, ਪਰੰਤੂ ਉਹਨਾਂ ਦਾ ਸਰੀਰ ਅੱਗੇ ਚੱਲ ਨਾ ਸਕਿਆ। ਤੇ ਇੱਕਦਮ ਜਿਹੜੀ ਦੁਨੀਆ ਦੇ ਵਿੱਚ ਹਾਹਾਕਾਰ ਮਚ ਗਈ, ਰੌਲਾ ਪੈ ਗਿਆ। 9:32 ਤੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਤਕਰੀਬਨ ਮੈਨੂੰ ਇਸ ਕਰਕੇ ਇਹ ਦਿਨ ਯਾਦ ਹੈ, ਮੈਂ ਕੱਲ੍ਹ ਵੀ ਜ਼ਿਕਰ ਕਰ ਰਿਹਾ ਸੀ ਕਿ ਉਸ ਦਿਨ ਸਾਡੇ ਚਾਚਾ ਜੀ ਦੇ ਲੜਕੇ ਦੀ ਸ਼ਾਦੀ ਸੀ। ਅਸੀਂ ਬਰਾਤ ਪਟਿਆਲੇ ਤੋਂ ਲੈ ਕੇ ਜਲੰਧਰ ਗਏ ਸਾਂ ਤੇ ਜਿਉਂ ਹੀ ਆਨੰਦ ਕਾਰਜ ਹੋਣ ਲੱਗੇ ਤੇ ਰੌਲਾ ਪੈ ਗਿਆ ਕਿ ਪ੍ਰਧਾਨ ਮੰਤਰੀ ਮਾਰਤੀ ਕਿਸੇ ਨੇ। ਇਹ ਨਹੀਂ ਸੀ ਪਤਾ, ਕਿਉਂਕਿ ਹਾਸੇ ਖੇਡੇ 'ਚ ਕਿਸੇ ਨੂੰ ਢੋਲ ਟਮਾਕਿਆਂ 'ਚ ਪਤਾ ਨਹੀਂ ਲੱਗਦਾ, ਕੌਣ ਖਬਰਾਂ ਦੇਖਦਾ ਸੀ, ਅੱਜ ਵਰਗਾ ਤਾਂ ਸਮਾਂ ਨਹੀਂ ਸੀ। ਖੈਰ, ਇੱਕਦਮ
ਪਤਾ ਲੱਗਾ ਤੇ ਤਕਰੀਬਨ 2:23 ਤੇ ਇੰਦਰਾ ਗਾਂਧੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿੰਨੀ ਵੀ ਉਹਨਾਂ ਦੀ ਮੈਡੀਕਲ ਟੀਮ ਸੀ, ਪਰ ਜਿੰਨੇ ਵੀ ਉਸ ਵੇਲੇ ਦਾ ਜਿਹੜਾ ਮੀਡੀਆ ਸੀ, ਭਾਵੇਂ ਉਹ ਆਲ ਇੰਡੀਆ ਰੇਡੀਓ ਸੀ ਜਾਂ ਦੂਰਦਰਸ਼ਨ ਕੇਂਦਰ, ਅੱਜ ਵਰਗੇ ਚੈਨਲ ਤਾਂ ਹੁੰਦੇ ਨਹੀਂ ਸਨ, ਬਹੁਤ ਥੋੜਾ ਮੀਡੀਆ ਸੀ ਜੀ ਬਿਲਕੁਲ। ਦੂਰਦਰਸ਼ਨ ਕੇਂਦਰ ਤੇ ਆਲ ਇੰਡੀਆ ਰੇਡੀਓ ਤੋਂ ਵਾਰ-ਵਾਰ ਇਹ ਖਬਰਾਂ ਆ ਰਹੀਆਂ ਸੀ ਕਿ ਪ੍ਰਧਾਨ ਮੰਤਰੀ ਨੂੰ ਸਰਦਾਰਾਂ ਨੇ ਮਾਰਿਆ, ਸਿੱਖਾਂ ਨੇ ਮਾਰਿਆ, ਸਿੱਖਾਂ ਨੇ ਮਾਰਿਆ। ਬਸ ਜਿਉਂ ਹੀ ਇਹ ਗੱਲ ਫੈਲੀ ਤੇ ਸ਼ਾਮਾਂ ਨੂੰ ਜਿਹੜੇ ਰਾਸ਼ਟਰਪਤੀ ਨੇ, ਉਹਨਾਂ ਨੇ ਆਉਣਾ ਸੀ ਪਰ ਉਹਨਾਂ ਨੂੰ ਪਹਿਲਾਂ ਆਉਣਾ ਪਿਆ। ਉਹ ਜਿਉਂ ਹੀ ਆਪਣੀ ਕਾਰ ਲੈ ਕੇ, ਕਾਫਲਾ ਲੈ ਕੇ ਏਮਜ਼ ਵੱਲ ਨੂੰ ਚੱਲਦੇ ਨੇ ਤੇ ਉਹਨਾਂ ਦੀ ਕਾਰ ਦੇ ਉੱਤੇ ਵੀ ਹਮਲਾ ਹੁੰਦਾ ਹੈ। ਤਕਰੀਬਨ ਉਹਨਾਂ ਦਾ ਇੱਕ ਕਾਰ ਹੈ, ਕਿਉਂਕਿ ਉਹ ਆਪ ਸੁਰੱਖਿਆ ਕਾਰ ਦੇ ਵਿੱਚ, ਜਿਹਦੇ ਵਿੱਚ ਸਾਨੂੰ ਬੁਲਟ ਪ੍ਰੂਫ ਸੀ, ਬਾਕੀ ਦੀ ਕਾਰ ਦੇ ਵਿੱਚ ਜਦੋਂ ਉਹ ਅੱਗ ਦੇ ਗੋਲੇ ਸੁੱਟਦੇ ਆ ਤੇ ਬਕਾਇਦਾ ਉਹਦਾ ਨੁਕਸਾਨ ਵੀ ਹੁੰਦਾ ਹੈ। ਇਹ ਵਾਪਸ ਚਲੇ ਜਾਂਦੇ ਆ। ਸ਼ਾਮ ਤੱਕ ਇੱਕ ਕਤਲੇਆਮ ਦਾ ਜਿਹੜਾ ਕਲੀਅਰ ਦੁਨੀਆ ਭਰ ਦੇ ਵਿੱਚ ਸ਼ਾਮ ਦੀਆਂ 4 ਵਜੇ ਦੀਆਂ ਖਬਰਾਂ 'ਚ ਹੋ ਜਾਂਦਾ ਹੈ ਕਿ ਇੰਦਰਾ ਗਾਂਧੀ ਦੀ ਮੌਤ ਹੋ ਗਈ ਹੈ ਤੇ ਉਸ ਨੂੰ ਉਹਦੇ ਜਿਹੜੇ ਸਰਦਾਰ ਨੇ, ਸਿੱਖ ਨੇ, ਉਹਨਾਂ ਨੇ ਮਾਰਿਆ। ਬਿਲਕੁਲ ਜ਼ਿਕਰ ਨਹੀਂ ਕੀਤਾ ਕਿ ਗਨਮੈਨ ਨੇ ਜਾਂ ਕਿਵੇਂ ਸਰਦਾਰਾਂ ਨੇ ਮਾਰਿਆ। ਰਾਜੀਵ ਗਾਂਧੀ ਬਾਹਰ ਸੀ। ਰਾਜੀਵ ਗਾਂਧੀ ਜਦੋਂ ਪਹੁੰਚਦਾ ਹੈ ਏਮਜ਼, ਤੇ ਏਮਜ਼ ਪਹੁੰਚਣ ਤੋਂ ਬਾਅਦ ਰਾਜੀਵ ਗਾਂਧੀ ਦਾ ਇੱਕੋ ਇੱਕ ਐਲਾਨ ਹੁੰਦਾ ਹੈ ਤੇ ਸ਼ਾਮ ਨੂੰ ਸਾਰੇ ਕੈਬਨਿਟ ਦੇ ਜਿੰਨੇ ਵੀ ਮੰਤਰੀ ਨੇ, ਉਹਨਾਂ ਦੀ ਇਕੱਤਰਤਾ ਹੁੰਦੀ ਹੈ। ਉਹਨਾਂ ਕੈਬਨਿਟ ਦੇ ਮੰਤਰੀਆਂ ਦੇ ਵਿੱਚ ਇਹ ਗੱਲ ਸਾਨੂੰ ਕਦੇ ਵੀ ਭੁੱਲਣੀ ਨਹੀਂ ਚਾਹੀਦੀ। ਉਹਨਾਂ ਮੰਤਰੀਆਂ ਦੇ ਵਿੱਚ ਜਿਹੜੇ ਉਸ ਵੇਲੇ ਮੰਤਰੀ ਨੇ, ਜਿਨ੍ਹਾਂ ਦੇ ਵਿੱਚੋਂ ਅੱਜ ਸਿਰਫ ਤੇ ਸਿਰਫ ਇੱਕੋ ਮੰਤਰੀ ਹੈ ਜਿਹੜਾ ਇਸ ਵੇਲੇ ਜੇਲ੍ਹ ਦੇ ਵਿੱਚ ਹੈ, ਸੱਜਣ ਕੁਮਾਰ, ਤੇ ਉਹਦੇ ਨਾਲ ਲਲਿਤ ਮਾਕਨ ਸੀ, ਤੇ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਮੰਤਰੀ ਇਹਦੇ ਵਿੱਚ ਇਕੱਠੇ ਹੋਏ ਨੇ, ਉਹਨਾਂ ਸਾਰਿਆਂ ਨੇ ਫੈਸਲਾ ਕੀਤਾ ਕਿ ਆਪਣੇ ਆਪਣੇ ਇਲਾਕਿਆਂ ਦੇ ਵਿੱਚ, ਜਿਹੜੇ ਜਿਹੜੇ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਹੋ, ਉੱਥੇ ਪਲੈਨਿੰਗ ਕਰਕੇ ਜਿੱਥੇ ਜਿੱਥੇ ਸਿੱਖਾਂ ਦੇ ਘਰ ਨੇ, ਮਿਊਨਿਸਪੈਲਿਟੀਆਂ ਦੇ ਵਿੱਚ ਕਿਹਾ ਗਿਆ, ਮਿਊਨਿਸਪਲ ਕਮਿਸ਼ਨਰ ਨੂੰ, ਮੇਅਰ ਨੂੰ ਕਿਹਾ ਗਿਆ ਕਿ ਨਿਸ਼ਾਨਦੇਹੀ ਕੀਤੀ ਗਈ, ਬਿਲਕੁਲ ਸ਼ਨਾਖਤ ਕੀਤੀ ਗਈ ਕਿ ਇਹਨਾਂ ਸਿੱਖਾਂ ਦੇ ਘਰਾਂ ਦੇ ਵਿੱਚ ਬਸ 31 ਤਰੀਕ ਦੀ ਰਾਤ ਨੂੰ ਇਹ ਤਾਂਡਵ ਦਾ ਨਾਚ ਖੇਲਿਆ ਜਾਂਦਾ ਹੈ। ਪਰ ਇਹਦੇ ਵਿੱਚ ਹੁੰਦਾ ਕੀ ਹੈ ਕਿ ਉਹਦੇ ਵਿੱਚ ਉੱਥੇ ਦੀ ਜਿਹੜੀ ਪੁਲਿਸ ਹੈ, ਕਿਉਂਕਿ ਮੈਂ ਬਹੁਤ ਇੰਟਰਵਿਊ 1984 ਦੀਆਂ ਬੀਬੀ ਜਗਦੀਸ਼ ਕੌਰ ਤੋਂ ਲੈ ਕੇ ਪਤਾ ਨਹੀਂ ਹੋਰ ਕਿੰਨੀਆਂ ਇੰਟਰਵਿਊਆਂ ਕਰ ਚੁੱਕਾ, ਉਹ ਦੱਸਦੇ ਨੇ ਕਿ ਅਸੀਂ ਘਰਾਂ ਦੇ ਵਿੱਚ ਮਹਿਫੂਜ਼ ਬੈਠੇ ਸਾਂ, ਸਾਨੂੰ ਸ਼ਾਮ ਦੀਆਂ ਜਿਹੜੀਆਂ ਦੂਰਦਰਸ਼ਨ ਕੇਂਦਰ ਤੋਂ ਖਬਰਾਂ ਆ ਰਹੀਆਂ ਸੀ, ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਸਿੱਖਾਂ ਨੇ ਮਾਰਿਆ। ਫਿਰ ਸ਼ਾਮੀ ਜਿਹੜੀ ਇਹਨਾਂ ਦੀ ਮੀਟਿੰਗ ਰਾਜੀਵ ਗਾਂਧੀ ਦੀ ਹੁੰਦੀ ਹੈ ਤੇ ਫਿਰ ਇੱਕੋ ਹੀ ਆਵਾਜ਼ ਆਉਂਦੀ ਹੈ ਕਿ ਖੂਨ ਕਾ ਬਦਲਾ ਖੂਨ, ਖੂਨ ਕਾ ਬਦਲਾ ਖੂਨ ਜਦੋਂ ਕਹਿੰਦੇ ਨੇ, ਤੇ ਫਿਰ ਵੈਲ ਪਲੈਨਡ ਤਰੀਕੇ ਦੇ ਨਾਲ ਬਕਾਇਦਾ ਉਹਨਾਂ ਨੂੰ ਹਥਿਆਰ ਦਿੱਤੇ ਜਾਂਦੇ ਨੇ, ਰਾੜਾਂ ਦਿੱਤੀਆਂ ਜਾਂਦੀਆਂ ਨੇ, ਡੰਡੇ ਦਿੱਤੇ ਜਾਂਦੇ ਨੇ, ਉਹਨਾਂ ਨੂੰ ਪਾਊਡਰ ਦਿੱਤਾ ਜਾਂਦਾ ਹੈ, ਉਹਨਾਂ ਨੂੰ ਬਕਾਇਦਾ ਕੈਰੋਸਿਨ ਆਇਲ ਦਿੱਤਾ ਜਾਂਦਾ ਹੈ। ਫਿਰ ਉਸ ਦਿਨ ਤੋਂ ਆਰੰਭ ਹੁੰਦਾ ਹੈ ਕੰਮ ਤੇ ਲਗਾਤਾਰ 3 ਤਰੀਕ ਤੱਕ, ਜੀ 3 ਨਵੰਬਰ ਤੱਕ, ਜਦੋਂ ਰਾਜੀਵ ਗਾਂਧੀ ਇਹ ਭਾਸ਼ਣ ਦਿੰਦਾ ਕਿ ਜਦੋਂ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿੱਲਦੀ ਹੈ। ਅੱਜ ਕਿੰਨੇ ਵਰੇ ਹੋ ਗਏ ਨੇ? 36 ਵਰੇ ਹੋ ਗਏ। 36 ਵਰੇ ਹੋ ਗਏ ਨੇ। ਇਸ ਸਮੇਂ ਦੇ ਦੌਰਾਨ ਜਿਹੜਾ ਆਮ ਕਰਕੇ ਕਿਹਾ ਜਾਂਦਾ ਹੈ ਕਿ ਜਿਹੜੀ ਸਰਕਾਰੀ ਰਿਪੋਰਟ ਹੈ ਉਹ ਤਕਰੀਬਨ ਦੱਸਦੀ ਹੈ ਕਿ ਸਰਕਾਰੀ ਰਿਪੋਰਟ ਦੇ ਵਿੱਚ ਤਕਰੀਬਨ 2733 ਵਿਅਕਤੀ ਜਿਹੜੇ ਨੇ ਦਿੱਲੀ ਦੇ ਵਿੱਚ ਮਰਦੇ ਆ। ਤੁਸੀਂ ਇਹ ਹਿਸਾਬ ਲਾਓ ਕਿ ਦਿੱਲੀ, ਬਕਾਰੋ ਤੇ ਕਾਨਪੁਰ, ਦਿੱਲੀ ਦੇ ਵਿੱਚ, ਹਰਿਆਣੇ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਬੜਾ ਵੱਡਾ ਨੁਕਸਾਨ ਹੋਇਆ। ਸਰਕਾਰੀ ਅੰਕੜੇ ਤਕਰੀਬਨ 2733 ਦੱਸਦੇ ਨੇ, ਕੋਈ 2880 ਦੱਸਦਾ ਹੈ। ਭਾਰਤ ਦੇ ਵਿੱਚ ਕੁੱਲ ਉਹ ਦੱਸਦੇ ਨੇ ਕਿ ਹੋਰ ਹਿੱਸਿਆਂ ਦੇ ਵਿੱਚ 3350 ਵਿਅਕਤੀ ਮਰੇ ਨੇ। ਕੁੱਲ 6230 ਵਿਅਕਤੀਆਂ ਦਾ ਅੰਕੜਾ ਸਰਕਾਰੀ ਆ, ਪਰ ਗੈਰ ਸਰਕਾਰੀ ਅੰਕੜੇ ਨੇ ਜਿਹੜੇ 17000 ਸਿੱਖਾਂ ਨੂੰ, ਵਿੱਚੇ ਬੱਚੇ ਨੇ, ਵਿੱਚੇ ਬਜ਼ੁਰਗ ਨੇ, ਵਿੱਚੇ ਬੀਬੀਆਂ ਨੇ, ਕਤਲ ਕਰਨ ਦਾ ਇੱਕ ਅਨੋਖਾ ਤਰੀਕਾ ਸੀ। ਅਨੋਖਾ ਤਰੀਕਾ ਕੀ ਸੀ? ਕਿਉਂਕਿ ਪਲਾਨ ਸੀ
ਜਿਹੜੀਆਂ ਘਰਾਂ ਦੇ ਵਿੱਚ ਬੱਚੀਆਂ ਸੀ ਨੌਜਵਾਨ, ਉਹਨਾਂ ਨਾਲ ਬਲਾਤਕਾਰ ਕੀਤੇ ਗਏ। ਸ਼ਰੇਆਮ ਉਹਨਾਂ ਨੂੰ ਬਾਹਰ ਕੱਢ ਕੇ ਬਲਾਤਕਾਰ ਕਰਨ ਤੋਂ ਬਾਅਦ ਪਾੜ ਕੇ ਅੱਗਾਂ ਲਾ ਕੇ ਸਾੜਿਆ ਗਿਆ। ਛੋਟੇ ਛੋਟੇ ਬੱਚੇ ਸਨ, ਜਿਵੇਂ ਅਸੀਂ ਅਰਦਾਸ ਦੇ ਵਿੱਚ ਜ਼ਿਕਰ ਕਰਦੇ ਹਾਂ ਕਿ ਨੇਜਿਆਂ ਨਾਲ ਟੰਗੇ ਗਏ, ਉਹ ਹਾਲਾਤ ਉਹਨਾਂ ਬੱਚਿਆਂ ਨਾਲ ਕੀਤਾ ਗਿਆ। 3 ਤਰੀਕ ਜਿਹੜੀ ਅੱਜ ਦੀ ਤਰੀਕ ਹੈ, ਉਸ ਦਿਨ ਅੱਧ ਸੜੀਆਂ ਲਾਸ਼ਾਂ ਜਿਹੜੀਆਂ ਨੇ ਉਹ ਸੜਕਾਂ ਦੇ ਉੱਤੇ ਪਈਆਂ ਸਨ ਤੇ ਕੁੱਤੇ ਉਹਨਾਂ ਨੂੰ ਘੜੀਸ ਕੇ ਬਾਕੀ ਦਿਨ ਦਾ ਮਾਸ ਹੈ ਜਿਹੜਾ ਨੋਚ ਰਹੇ ਸਨ। ਇਹ ਮੈਂ ਭਾਵਕ ਹੋ ਕੇ ਗੱਲ ਨਹੀਂ ਕਰ ਰਿਹਾ, ਇਹ ਕਿਤਾਬਾਂ ਦੇ ਵਿੱਚੋਂ ਲਏ ਹੋਏ ਤੱਥ ਨੇ ਔਰ ਉਹਨਾਂ ਲੋਕਾਂ ਦੀ ਜ਼ਬਾਨੀ ਹੈ ਜਿਨ੍ਹਾਂ ਲੋਕਾਂ ਨੇ ਸਾਰਾ ਕੁਝ ਵੇਖਿਆ। ਮੈਨੂੰ ਇਹ ਗੱਲ ਚੇਤੇ ਹੈ, ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਨੱਥੂ ਰਾਮ ਗੋਡਸੇ ਨੇ ਮੋਹਨਦਾਸ ਕਰਮਚੰਦ ਦੇ ਗੋਲੀ ਮਾਰੀ ਸੀ, ਉਦੋਂ ਦਰਖਤ ਨਹੀਂ ਹਿੱਲਿਆ, ਬਿਲਕੁਲ ਨਹੀਂ ਹਿੱਲਿਆ। ਰਾਜੀਵ ਗਾਂਧੀ ਨੂੰ ਕਤਲ ਕਰਨ ਵਾਲੀ ਜਿਹੜੀ ਬੀਬੀ ਹੈ, ਧੰਨੂ ਸ਼ਾਇਦ ਉਹਨੂੰ ਕਹਿੰਦੇ ਸੀ, ਉਹਨੇ ਜਦੋਂ ਗੋਲੀ ਮਾਰੀ ਹੈ ਉਸ ਫਿਰਕੇ ਦੇ ਲੋਕ, ਉਦੋਂ ਦਰਖਤ ਨਹੀਂ ਡਿੱਗਿਆ। ਦਰਖਤ ਉਦੋਂ ਡਿੱਗਿਆ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਇੱਕ ਸਿੱਖ ਇਸ ਕਰਕੇ ਗੋਲੀ ਮਾਰਦਾ ਕਿ ਸਾਡੇ ਧਰਮ ਦੇ ਉੱਤੇ ਹਮਲਾ ਕੀਤਾ। ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ। ਸੱਜਣ ਕੁਮਾਰ, ਲਲਿਤ ਮਾਕਨ, HKL ਭਗਤ, ਕਮਲਨਾਥ, ਧਰਮਦਾਸ ਸ਼ਾਸਤਰੀ, ਇਹ ਸਾਰੇ ਪਲਾਨਿੰਗ ਕਰਕੇ ਨਾਲ ਦੀ ਨਾਲ ਜਾ ਰਹੇ ਸਨ। 2002 ਦੇ ਵਿੱਚ ਤੁਹਾਨੂੰ ਯਾਦ ਹੋਏਗਾ ਪਹਿਲਾਂ ਗੋਧਰਾ ਕਾਂਡ ਹੋਇਆ। ਗੋਧਰਾ ਕਾਂਡ ਤੋਂ 30 ਘੰਟੇ ਬਾਅਦ ਗੁਜਰਾਤ ਦੇ ਵਿੱਚ ਦੰਗੇ ਭੜਕਦੇ ਨੇ। 850 ਮੁਸਲਮਾਨਾਂ ਨੂੰ ਤਕਰੀਬਨ ਉਹ ਮਾਰ ਦਿੰਦੇ ਆ ਤੇ 150 ਹਿੰਦੂ, 150 ਜਿਹੜੇ ਹਿੰਦੂ ਨੇ ਉਹਨਾਂ ਨੂੰ ਪੁਲਿਸ ਵਾਲੇ ਮਾਰਦੇ ਆ। ਪੁਲਿਸ ਵਾਲੇ ਸਿਰਫ ਇਹ ਦੰਗੇ ਦਿਖਾਇਆ ਜਾ ਸਕੇ ਵੀ ਸਿਰਫ ਮੁਸਲਮਾਨ ਤੇ ਹਿੰਦੂਆਂ ਦੇ ਦੰਗੇ ਦਿਖਾਏ ਜਾ ਸਕੇ ਕਿ ਕਿਵੇਂ ਪਲੈਨਿੰਗ ਦੇ ਨਾਲ ਉਹਨਾਂ ਨੂੰ ਕਰਕੇ ਮਾਰਿਆ ਗਿਆ ਹੈ। ਰਾਸ਼ਟਰਪਤੀ ਗਿਆਨੀ ਜੈਲ ਸਿੰਘ ਭਾਵੇਂ ਉਸ ਵੇਲੇ, ਇਹ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਆ, ਭਾਵੇਂ ਉਸ ਵੇਲੇ ਉਹ ਪਾਵਰ ਦੇ ਵਿੱਚ ਰਾਸ਼ਟਰਪਤੀ ਹੋਣ ਦੇ ਬਾਵਜੂਦ ਬਹੁਤ ਕੁਝ ਕਰ ਸਕਦੇ ਸੀ ਜੇ ਉਹ ਚਾਹੁੰਦੇ, ਕਿਉਂਕਿ ਰਾਸ਼ਟਰਪਤੀ ਸਨ। ਜਿਹਨੂੰ ਚਾਹੁੰਦੇ ਉਹ ਇਹ ਰਾਜ ਸੱਤਾ ਦੇ ਸਕਦੇ ਸੀ, ਪਰ ਉਹਨਾਂ ਨੇ ਰਾਜੀਵ ਗਾਂਧੀ ਨੂੰ ਸੱਤਾ ਦੇਣ ਤੋਂ ਬਾਅਦ ਆਪਣੇ ਕੋਲ ਪਤਾ ਲੱਗ ਗਿਆ ਸੀ ਇਹਨਾਂ ਕੋਲ ਆਪਣੀ ਫੋਰਸ ਹੈ, ਜਿਹੜੇ 800 ਦੇ ਲਾਗੇ ਤਾਗੇ ਇਹਨਾਂ ਕੋਲ ਫੌਜੀ ਤੇ ਘੋੜਸਵਾਰ ਹੁੰਦੇ ਨੇ। ਚਾਹੁੰਦੇ ਤੇ ਆਪ ਨਾਲ ਜਾ ਕੇ ਇੱਕ ਵਾਰੀ ਗੇੜਾ ਵੀ ਮਾਰ ਦਿੰਦੇ ਤਾਂ ਲੋਕਾਂ ਦੇ ਵਿੱਚ ਦਹਿਸ਼ਤ ਪੈ ਜਾਣੀ, ਪਰ ਉਹਨੇ ਕੋਈ ਇਹੋ ਜਿਹਾ ਕਾਰਜ ਨਹੀਂ ਕੀਤਾ ਕਿਉਂਕਿ ਆਪਣੀ ਜਾਨ ਬਚਾਉਣਾ ਚਾਹੁੰਦੇ ਸਨ। ਹੋਰ ਵੀ ਬੜੀਆਂ ਸ਼ਖਸੀਅਤਾਂ ਸਨ, ਰੇਲਾਂ ਦੇ ਵਿੱਚੋਂ ਉਤਾਰ ਕੇ, ਮੈਨੂੰ ਅੱਜ ਵੀ ਯਾਦ ਹੈ, ਮੇਰੇ ਸਹੁਰਿਆਂ ਦੇ ਬਿਲਕੁਲ ਗੁਆਂਢ ਦੇ ਵਿੱਚ ਰੇਲਵੇ ਦੇ ਵਿੱਚ ਕੰਮ ਕਰਦਾ ਇੱਕ ਵਿਅਕਤੀ ਕਹਿਣ ਲੱਗਾ ਕਿ ਦੇਖਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸੰਸਕਾਰ ਕਿਵੇਂ ਹੁੰਦਾ। ਬਸ ਉਹਨੂੰ ਇਹ ਨਹੀਂ ਪਤਾ ਕਿ ਮੇਰਾ ਸੰਸਕਾਰ ਰਸਤੇ 'ਚ ਹੀ ਹੋ ਜਾਣਾ। ਸ਼ਾਦਰੇ, ਪਾਣੀਪਤ, ਹੋਰ ਰੋਹਤਕ ਵਗੈਰਾ ਜਿਹੜੇ ਰੇਲਵੇ ਸਟੇਸ਼ਨ ਸੀ, ਜਿਹੜੀਆਂ ਗੱਡੀਆਂ ਸਨ ਜਿੱਥੇ ਕੋਈ ਸੁਧਾਰ ਮਿਲਿਆ ਰੋਕ ਕੇ ਤੇ ਅੱਗਾਂ ਲਾ ਦਿੱਤੀਆਂ, ਜਿਉਂਦਿਆਂ ਨੂੰ ਸਾੜ ਦਿੱਤਾ ਗਿਆ। 36 ਵਰ੍ਹੇ ਬੀਤ ਜਾਣ ਦੇ ਬਾਵਜੂਦ ਇੱਕ ਨਹੀਂ, ਦੋ ਨਹੀਂ, 11 ਕਮਿਸ਼ਨ ਬੈਠੇ ਨੇ। 11 ਕਮਿਸ਼ਨਾਂ ਨੇ, ਉਹਦੇ ਵਿੱਚੋਂ ਇੱਕ ਨਾਨਾਵਤੀ ਕਮਿਸ਼ਨ ਬੈਠਾ। ਮੈਨੂੰ ਯਾਦ ਹੈ ਅਜੇ ਵੀ, ਜਿਹੜਾ ਨਾਂਗਲੋਈ ਸਟੇਸ਼ਨ ਹੈ, ਕਿਉਂਕਿ ਨਾਂਗਲੋਈ ਦੇ ਵਿੱਚ, ਮੈਨੂੰ ਨਾਂਗਲੋਈ ਮੈਂ ਕਦੇ ਨਹੀਂ ਭੁੱਲ ਸਕਦਾ, ਸਾਡੀ ਵੱਡੀ ਭੈਣ ਉਹਨਾਂ ਦੇ ਜਿਹੜੀ ਜੇਠ ਦੀ ਲੜਕੀ ਆ ਉਹ ਨਾਂਗਲੋਈ, ਇੱਕ ਗੁਰਦਾਸਪੁਰ ਦਾ ਪਰਿਵਾਰ ਸੀ, ਉਹਨਾਂ ਨਾਲ ਵਿਆਹੀ ਸੀ ਤੇ ਨਾਂਗਲੋਈ ਪਰਿਵਾਰ ਇਕੱਠਾ ਰਹਿੰਦਾ। 18 ਜੀ ਸੀ ਇੱਕੋ ਘਰ ਦੇ ਵਿੱਚ, ਜਿਹਦੇ ਵਿੱਚੋਂ 3 ਜੀ ਪਿੰਡ ਗਏ ਹੋਏ ਸਨ। ਬਾਕੀ 15 ਜੀਆਂ ਨੂੰ, ਪੂਰੇ ਦੇ ਪੂਰੇ ਪਰਿਵਾਰ ਨੂੰ ਬਿਲਕੁਲ ਖਤਮ ਕਰ ਦਿੱਤਾ। ਪਤਾ ਵੀ ਨਹੀਂ ਲੱਗਣ ਦਿੱਤਾ ਕਿ ਉਹ ਪਰਿਵਾਰਾਂ ਦਾ ਸੰਸਕਾਰ ਕਿਹਨੇ ਕੀਤਾ, ਕਿੱਥੇ ਗਏ। ਗੁਆਂਢੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਉਹਨਾਂ ਨੇ ਬੜਾ ਯਤਨ ਕੀਤਾ ਸਾਹਮਣਾ ਕਰਨ ਦਾ, ਪਰ ਕੁਝ ਘੰਟੇ ਲੜ ਸਕੇ ਨੇ, ਬਾਅਦ ਦੇ ਵਿੱਚ ਬੜਾ ਵੱਡਾ ਹਜੂਮ ਸੀ, ਖਤਮ ਕਰ ਦਿੱਤਾ। ਨਾਂਗਲੋਈ ਸਟੇਸ਼ਨ ਦੇ ਉੱਤੇ, ਦਇਆ ਬਸਤੀ ਸਟੇਸ਼ਨ ਦੇ ਉੱਤੇ, ਸ਼ਾਦਰਾ ਸਟੇਸ਼ਨ ਦੇ ਉੱਤੇ, ਤੁਗਲਕਾਬਾਦ ਜਿਹੜਾ ਸਟੇਸ਼ਨ ਸੀ, ਉਹਦੇ ਤੇ 1 ਤੇ 2 ਨਵੰਬਰ ਨੂੰ ਜਿੰਨੀਆਂ ਗੱਡੀਆਂ ਸਨ, ਉਹਦੇ ਵਿੱਚੋਂ ਜਿਹੜਾ ਸਰਦਾਰ ਦੇਖਿਆ ਅੱਗਾ ਲਾ ਦਿੱਤੀ। ਤੇ ਬਿਲਕੁਲ ਆਪਾਂ ਹੁਣ ਜਿਵੇਂ ਇੱਕ ਵੀਡੀਓ ਦਿਖਾਈ, ਸਰਦਾਰ ਸੀ ਉਹ ਵੀ ਤੇ 에ਅਰ ਫੋਰਸ ਦੇ ਵਿੱਚ ਸੀ, ਕੱਲੇ ਸਰਦਾਰ ਸੀ ਬੱਸ 'ਚ, ਉਹਨਾਂ ਨੂੰ ਕੱਲਿਆਂ ਨੂੰ, ਨਾਲੇ ਕੀ ਉਹ ਸਰਵਿਸ ਕਰ ਰਹੇ। ਸਾਡੇ ਨਾਲ ਇੱਕ ਕਾਲਰ ਹੈ ਜੀ, ਕਾਫੀ ਸਮੇਂ ਤੋਂ ਸਾਨੂੰ ਟਰਾਈ ਕਰ ਰਹੇ ਨਾਲ ਲੈਣੇ ਆ ਜੀ, ਕਾਲਰ ਨੂੰ ਗੱਲਬਾਤ ਕਰਾਂਗੇ। ਕਾਲਰ ਨਾਲ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਬੋਲਦਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬੇਨਤੀ ਬਲਜਿੰਦਰ ਕੌਰ। ਹਾਂਜੀ ਬਲਜਿੰਦਰ, ਹਾਂਜੀ ਬੋਲੋ ਜੀ। ਬੇਨਤੀ ਇਹ ਹੈ ਜੀ, ਜਦੋਂ ਆਪਣਾ ਇਹ ਕਤਲੇਆਮ ਹੋਇਆ, ਦੂਸਰਾ ਦੰਗੇ ਨਹੀਂ ਹੋਏ, 84 ਦਾ ਵੀ ਕਤਲੇਆਮ ਹੋਇਆ,
ਜੀ ਤੇ ਸਾਡਾ 5 ਵਾਰੀ ਮੁੱਖ ਮੰਤਰੀ ਬਣਿਆ ਪ੍ਰਕਾਸ਼ ਸਿੰਘ ਬਾਦਲ, ਇੱਕ ਵਾਰੀ ਉੱਥੇ ਜਾ ਕੇ ਅਫਸੋਸ ਕਰ ਨਾ ਉਹ ਗਿਆ ਜਿੱਥੇ ਦਿੱਲੀ ਕਿਸੇ ਕੋਲ ਅਫਸੋਸ ਕੀਤਾ, ਨਾ ਉਹ ਜਿਹੜੀ ਵਿਡੋ ਕਲੋਨੀ ਬਣੀ ਉੱਥੇ ਗਿਆ। ਜੀ ਸਾਰੀ ਅੱਗ ਇਸੇ ਦੀ ਲਾਈ ਆ ਇੰਦਰਾ ਗਾਂਧੀ ਮਾਤਾ ਨੇ ਆਪਣਾ ਗਿਆਨੀ ਜੈਲ ਸਿੰਘ ਨੂੰ ਭੇਜਿਆ ਸੀਗਾ ਜਦੋਂ 74-75 ਚ ਐਮਰਜੈਂਸੀ ਲਾਉਣ ਤੋਂ ਪਹਿਲਾਂ। ਕੋਈ ਸਿੱਖ ਨਹੀਂ ਫੜਿਆ ਸੀਗਾ, ਪੰਜਾਬੀ ਨਹੀਂ ਫੜਿਆ ਸੀਗਾ ਉਸ ਵੇਲੇ, ਸਾਰੇ ਇੰਡੀਆ 'ਚ ਕੈਦ ਕੀਤੇ ਸੀਗੇ ਜੀ। ਤੇ ਇਹਦੇ ਬਾਦਲ ਨੇ ਕਿਹਾ ਵੀ ਉੱਥੇ ਅੰਮ੍ਰਿਤਸਰ ਮੇਰੇ ਖਿਆਲ ਮੀਟਿੰਗ ਹੋਈ ਆ ਗਿਆਨੀ ਨਾਲ, ਤੇ ਕਹਿੰਦਾ ਅਸੀਂ ਤਾਂ ਮੋਰਚਾ ਲਵਾਂਗੇ। ਔਰ ਇਹਨਾਂ ਨੇ ਕੱਲਿਆਂ ਨੇ ਜੋ ਸੀਗਾ ਵੇਲੜ ਮੇਰੇ ਵਰਗਾ ਸਾਰੇ ਭੰਗੀ ਪੋਸਤੀ ਲਿਜਾ ਕੇ ਤੇ ਨੀਲੀਆਂ ਪੱਗਾਂ ਬਣਾ ਕੇ ਖੱਟੀਆਂ ਲਿਜਾ ਕੇ ਤੇ ਜੇਲਾਂ ਭਰਤੀਆਂ। ਉਦੋਂ ਦਿੱਲੀ ਨਾਲ ਵੈਰ ਕਮਾਇਆ ਇਹਨੇ ਤੇ ਇਹਦੇ ਅੱਗ ਲਾਈ, ਉਹ ਸਾਰਾ ਕੁਝ ਮੰਨਦੀ। ਜੀ ਬਿਲਕੁਲ, ਬਹੁਤ ਧੰਨਵਾਦ ਜੀ ਤੁਹਾਡਾ ਸਾਨੂੰ ਫੋਨ ਕਰਨ ਲਈ। ਹਾਂਜੀ, ਤੇ ਇਹਦੇ ਵਿੱਚ ਅਸਲ 'ਚ ਮੈਂ ਥੋੜੀ ਜਿਹੀ ਗੱਲ ਨੂੰ ਅੱਗੇ ਤੋਰਾਂ ਜੀ। ਇੱਕ ਢਿੰਗਰਾ ਕਮੇਟੀ ਬਣੀ ਸੀ ਤੇ ਇੱਕ ਮੈਨੂੰ ਅਜੇ ਤੱਕ ਯਾਦ ਹੈ ਇੱਕ ਕਮੇਟੀ ਬਣੀ ਸੀ, ਖਾਸ ਕਰਕੇ ਕਮਿਸ਼ਨ ਬਣਿਆ ਸੀ। ਉਸ ਕਮਿਸ਼ਨ ਦੇ ਵਿੱਚ ਉਹਨੇ ਜਿਹੜੀ ਰਿਪੋਰਟ ਦਿੱਤੀ ਸੀ ਜੀ ਕਿ ਪੁਲਿਸ ਵਾਲੇ ਸੀ, ਜਿਹੜੇ ਪੁਲਿਸ ਵਾਲੇ ਸਿੱਖ ਕਲੋਨੀਆਂ ਜਾਂਦੇ ਸੀ, ਸਾਰੇ ਸਿੱਖਾਂ ਨੂੰ ਇਕੱਠੇ ਕਰ ਲੈਂਦੇ ਸੀ ਵੀ ਤੁਹਾਡੀ ਹਿਫਾਜ਼ਤ ਲਈ ਆਇਆ। ਉਹਨਾਂ ਨੂੰ ਇਕੱਠੇ ਕਰਨ ਤੋਂ ਬਾਅਦ ਵਾਪਸ ਚਲੇ ਜਾਂਦੇ ਸੀ ਤੇ ਜਿਹੜਾ ਹਜੂਮ ਹਮਲਾ ਕਰਨ ਵਾਲਾ ਸੀ ਉਹਨਾਂ ਨੂੰ ਭੇਜ ਦਿੱਤਾ ਜਾਂਦਾ, ਉਹਨਾਂ ਨੂੰ ਭੇਜ ਕੇ ਤੇ ਇਸੇ ਤਰ੍ਹਾਂ ਹਜੂਮ ਉਹਨਾਂ ਨੂੰ ਆ ਕੇ ਖਤਮ ਕਰ ਦਿੱਤਾ ਜਾਂਦਾ। ਐਸੇ ਕਮਿਸ਼ਨ ਦੇ ਮੈਂਬਰ ਸੀ ਜਿਹੜੇ ਕਾਂਗਰਸ ਸਰਕਾਰ ਦੇ ਵਿੱਚ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਤੇ ਬਾਅਦ ਦੇ ਵਿੱਚ ਸੰਸਦ ਨੂੰ ਇਸ ਤਰ੍ਹਾਂ ਚੁੱਪ ਕਰਵਾਇਆ ਕਿ ਸਾਰੀ ਸੰਸਦ ਚੁੱਪ ਕਰ ਗਈ। 2 ਮਹੀਨੇ ਬਾਅਦ ਰਾਜੀਵ ਗਾਂਧੀ ਆਪਣੀ ਮਾਂ ਦਾ ਤੇ ਭੋਪਾਲ ਕਾਂਡ ਦਾ ਅਫਸੋਸ ਕਰਦਾ ਹੈ। ਬਿਲਕੁਲ ਜੀ, 2 ਮਹੀਨੇ ਬਾਅਦ। ਪਰ ਉਹਨੂੰ ਇਹ ਨਹੀਂ ਪਤਾ ਕਿ ਮੇਰੇ ਆਪਣੇ ਮੁਲਕ ਦੇ ਵਿੱਚ 17,000 ਤੋਂ ਵੱਧ ਨਿਰਦੋਸ਼ ਸਿੱਖ ਮਾਰੇ ਗਏ ਨੇ ਕਿ ਮੈਂ ਉਹਨਾਂ ਬਾਰੇ ਵੀ 2 ਸ਼ਬਦ ਬੋਲਾਂ? ਬਿਲਕੁਲ ਨਹੀਂ ਬੋਲੇਗਾ। ਮਿਸ਼ਨ ਵਾਲੇ ਜਿਹੜੇ ਰੰਗਾਨਾਥ ਮਿਸ਼ਰਾ, ਬੜਾ ਕਮਿਸ਼ਨ ਦਾ ਤੁਸੀਂ ਨਾਮ ਪਹਿਲਾਂ ਸੁਣਿਆ ਹੋਏਗਾ, ਬਾਅਦ ਦੇ ਵਿੱਚ ਚੀਫ ਜਸਟਿਸ ਬਣੇ, ਭਾਰਤ ਦੇ ਚੀਫ ਜਸਟਿਸ ਬਣੇ। ਫਿਰ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦਾ ਚੇਅਰਮੈਨ ਥਾਪਿਆ ਗਿਆ। ਇੱਥੇ ਬਸ ਨਹੀਂ, ਉਸ ਤੋਂ ਬਾਅਦ ਉਹਨੂੰ ਰਾਜ ਸਭਾ ਦੀ ਮੈਂਬਰੀ ਵੀ ਦਿੱਤੀ ਗਈ। ਇਹ 11 ਜਿਹੜੇ ਕਮਿਸ਼ਨ ਬਣੇ ਨੇ, ਇਹਨਾਂ ਚੋਂ 11 ਕਮਿਸ਼ਨਾਂ ਦੇ ਵਿੱਚੋਂ ਇੱਕ ਕਮਿਸ਼ਨ ਜਿਹੜਾ ਬਾਅਦ ਦੇ ਵਿੱਚ ਅਖੀਰ ਦੇ ਵਿੱਚ ਬਣਿਆ, ਉਸ ਕਮਿਸ਼ਨ ਨੇ ਹੁਣ ਜਿਹੜਾ ਸੱਜਣ ਕੁਮਾਰ ਇਸ ਵੇਲੇ ਇੱਕ ਵਿਅਕਤੀ ਬੈਠਾ ਜੇਲ੍ਹ ਦੇ ਵਿੱਚ, 17,000 ਵਿਅਕਤੀਆਂ ਦਾ ਕਤਲ ਹੋਇਆ ਹੋਵੇ। ਸਤਵੰਤ ਸਿੰਘ ਤੇ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਸਤਵੰਤ ਸਿੰਘ ਨੂੰ ਅਕਤੂਬਰ 1984 ਦੇ ਵਿੱਚ ਇੰਦਰਾ ਗਾਂਧੀ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ 1999 ਸ਼ੁਰੂ ਦੇ ਵਿੱਚ ਫਾਂਸੀ ਤੇ ਲਟਕਾ ਦਿੱਤਾ ਜਾਂਦਾ ਜੀ। ਕਿਉਂ? ਕਿਉਂਕਿ ਉਹਨੇ ਕਿਸੇ ਭਾਰਤੀ ਨਾਗਰਿਕ ਦਾ ਕਤਲ ਕੀਤਾ। 4 ਵਰੇ ਪੂਰੇ ਨਹੀਂ ਹੋਏ ਪਰ 36 ਵਰੇ ਬੀਤ ਗਏ ਨੇ। ਸਿਸਟਮ ਕਿੱਥੇ ਹੈ ਜੀ? ਬਿਲਕੁਲ, ਬੜਾ ਵੱਡਾ ਸਵਾਲ ਹੈ। ਕਿਉਂਕਿ ਪੁਲਿਸ ਵੀ, ਪ੍ਰਸ਼ਾਸਨ ਵੀ ਜੀ, ਸਾਡਾ ਜਿਹੜਾ ਸੰਵਿਧਾਨ ਦੀ ਰਾਖੀ ਕਰਨ ਵਾਲਾ ਨਿਆਂਪਾਲਕ ਹੈ। 3 ਥੰਮ ਹੁੰਦੇ ਆ ਨਾ ਜੀ, ਬਿਲਕੁਲ, ਤਿੰਨੇ ਥੰਮਾਂ ਨੇ ਰੱਜ ਕੇ ਮਨੁੱਖਤਾ ਦਾ ਘਾਣ ਕੀਤਾ। ਅੱਜ ਤੱਕ ਉਹ ਧੀਆਂ, ਉਹ ਬੱਚੀਆਂ, ਉਹ ਬੀਬੀਆਂ ਕੁਰਲਾ ਰਹੀਆਂ ਨੇ। ਇੱਕ ਹੋਰ ਗੱਲ ਬੜੇ ਧਿਆਨ ਨਾਲ, ਅੱਜ ਮੈਂ ਬੜੀ ਦ੍ਰਿੜਤਾ ਨਾਲ ਇਹ ਗੱਲ ਕਹਿਣ ਨੂੰ ਮੈਨੂੰ ਕੋਈ ਇਤਰਾਜ਼ ਨਹੀਂ, ਪਹਿਲਾਂ ਕਾਲਰ ਲੈ ਲਈ, ਮੈਂ ਜ਼ਰੂਰ ਗੱਲ ਕਰਾਂਗਾ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜਦੋਂ ਤੁਸੀਂ ਸਾਨੂੰ ਫੋਨ ਕਰਦੇ ਆ, ਮੇਕ ਸ਼ੋਰ ਪਲੀਜ਼ ਲਾਈਨ ਤੇ ਰਿਹਾ ਕਰੋ। ਕਈ ਵਾਰੀ ਤੁਹਾਡੀ ਆਵਾਜ਼ ਨਹੀਂ ਆਉਂਦੀ ਜਾਂ ਤੁਸੀਂ ਆਪਣੀ ਆਵਾਜ਼ ਹੀ ਟੀਵੀ ਤੇ ਸੁਣਨ ਲੱਗ ਪੈਂਦੇ ਹੋ ਤੇ ਤੁਹਾਨੂੰ ਸਾਡੀ ਆਵਾਜ਼ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਤੁਸੀਂ ਸਾਨੂੰ ਸੁਣ ਰਹੇ ਹੋ ਜਾਂ ਟੀਵੀ ਨੂੰ ਸੁਣ ਰਹੇ ਹੋ। ਸੋ ਮੁੜ ਤੋਂ ਕਾਲ ਕਰ ਸਕਦੇ ਹੋ ਤੁਸੀਂ ਸਾਨੂੰ। ਹਾਂਜੀ ਕੁਲਦੀਪ ਸਿੰਘ ਜੀ। ਮੈਂ ਜਿਨ੍ਹਾਂ ਵੀ ਬੋਧੀਆਂ ਦੀ ਗੱਲ ਕੀਤੀ ਹੈ, ਜੈਨੀਆਂ ਦੀ ਗੱਲ ਕੀਤੀ ਹੈ, ਕੁਝ ਹੋਰ ਕਤਲੇਆਮ ਹੋਏ ਨੇ ਹੋਰ ਮੁਲਕਾਂ ਦੇ ਵਿੱਚ। ਯਹੂਦੀਆਂ ਦਾ ਕਿੱਡਾ ਵੱਡਾ ਕਤਲੇਆਮ ਕੀਤਾ ਜੀ। ਯਹੂਦੀਆਂ ਦੇ ਕਦੀ ਸੁਣੀ ਹੈ ਕਿ ਵਿਧਵਾ ਕਲੋਨੀ ਕਦੇ ਬਣੀ ਹੋਵੇ? ਬਿਲਕੁਲ ਜੀ, ਵਿਡੋ ਕਲੋਨੀ ਬਣੀ ਵਰਲਡ ਦੇ ਵਿੱਚ। ਜੇ ਕੋਈ ਵਿਡੋ ਕਲੋਨੀ ਹੈ ਤੇ ਉਹ ਦਿੱਲੀ ਦੇ ਤਿਲਕ ਨਗਰ। ਕਿਉਂ? ਕਿਉਂ ਉਹ ਵਿਡੋ ਕਲੋਨੀ ਕਿਉਂ ਬਣੇ?
ਸਾਡੀ ਕੌਮ ਦੇ ਜਿਹੜੇ ਲੀਡਰ ਸਨ, ਸਾਡੀ ਕੌਮ ਦੇ ਰਹਿਨੁਮਾ ਸਨ, ਉਹਨਾਂ ਦੀ ਬੇਈਮਾਨੀ ਸਦਕਾ ਜੀ। ਮੈਂ ਸ਼ਬਦ ਵਰਤ ਰਿਹਾ ਕਿਉਂਕਿ ਜਿਨ੍ਹਾਂ ਲੋਕਾਂ ਨੇ ਆਰ ਕੇ ਧਵਨ ਨੂੰ ਚਿੱਠੀਆਂ ਲਿਖ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ, ਉਹ ਲੋਕੀ ਮੁੱਖ ਦੋਸ਼ੀ ਨੇ। ਕੀ ਗੱਲ ਅਸੀਂ ਵਿਦੇਸ਼ਾਂ ਦੇ ਵਿੱਚ ਆ ਕੇ ਆਪਣੇ ਮੈਂਬਰ ਪਾਰਲੀਮੈਂਟ ਬਣਾ ਸਕਦੇ ਹਾਂ, ਅਸੀਂ ਆਪਣੇ ਐਡੇ ਵੱਡੇ ਵੱਡੇ ਅਦਾਰੇ ਚਲਾ ਸਕਦੇ ਹਾਂ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਅਸੀਂ $10 ਮਿਲੀਅਨ ਇੱਕ ਨਗਰ ਕੀਰਤਨ ਦੇ ਵਿੱਚ ਖਰਚ ਕਰਦੇ ਹਾਂ 5 ਲੱਖ ਵਿਅਕਤੀਆਂ ਦੇ ਉੱਤੇ। $10 ਮਿਲੀਅਨ ਜੀ ਬਿਲਕੁਲ। $10 ਮਿਲੀਅਨ ਅਸੀਂ ਖਾਣ ਪੀਣ ਤੇ ਸ਼ੋਸ਼ੇਬਾਜ਼ੀ ਦੇ ਤਾਂ ਕਰ ਦਿੱਤਾ, ਪਰ ਵਿਡੋ ਕਲੋਨੀ ਸਿੱਖਾਂ ਦੀ ਹੈ। ਕਦੇ ਸੋਚਿਆ? ਕਿਉਂ ਨਹੀਂ? ਉਹ ਵਿਡੋਜ਼ ਮੈਨੂੰ ਚੇਤੇ ਹੈ, ਮੈਂ ਹੁਣ ਨਾਮ ਨਹੀਂ ਲੈਣਾ ਚਾਹਾਂਗਾ, ਕਿ ਇੱਕ ਵਿਡੋ ਜਿਹਦੀ ਮੈਂ ਇੰਟਰਵਿਊ ਕੀਤੀ, ਇੰਟਰਵਿਊ ਕਰਨ ਤੋਂ ਬਾਅਦ ਕਿ ਕੁਝ ਰਿਕਸ਼ੇ ਨੇ ਤੇ ਇਸ ਤਰ੍ਹਾਂ ਕਰਕੇ ਮੈਂ ਰੈਂਟ ਕਰਦੀ ਹਾਂ ਤੇ ਉਸ ਤਰ੍ਹਾਂ ਕਰਨਾ ਮੈਂ ਕੀਤਾ। ਮੈਂ ਜਿੰਨਾ ਕਰ ਸਕਦਾ ਸੱਜਣ ਮਿੱਤਰ ਭੈਣ ਭਰਾਵਾਂ ਨੂੰ ਟਾਕ ਸ਼ੋ ਰੇਡੀਓ ਤੋਂ ਕਰਨ ਤੋਂ ਬਾਅਦ ਉਹਨਾਂ ਨੇ ਮਦਦ ਕੀਤੀ। ਮਦਦ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਹ ਸਾਰੀ ਪ੍ਰਾਪਰਟੀ ਉਸੇ ਦੀ ਹੈ। ਕਈ ਲੋਕਾਂ ਨੇ ਉਹਦਾ ਨਜਾਇਜ਼ ਫਾਇਦਾ ਵੀ ਉਠਾਇਆ। ਸਾਡੇ ਇਹ ਨਹੀਂ ਕਿ ਵਿਦੇਸ਼ੀ ਸਿੱਖਾਂ ਨੇ ਉਹਨਾਂ ਦੀ ਮਦਦ ਨਹੀਂ ਕੀਤੀ, ਪਰ ਪ੍ਰੋਪਰ ਅਸੀਂ ਕੋਈ ਚੈਨਲ ਨਹੀਂ ਬਣਾ ਸਕੇ। ਜੇ ਅੱਜ ਬਹੁਤੇ ਲੋਕ ਕਹਿੰਦੇ ਆ ਕਿ ਲਓ ਜੀ, ਜਦੋਂ ਆਹ ਦਿੱਲੀ ਦੇ ਵਿੱਚ ਜਿਹੜਾ ਮੁੱਖ ਮੰਤਰੀ ਬਣਿਆ ਕੇਜਰੀਵਾਲ, ਉਹਨੇ 5-5 ਲੱਖ ਰੁਪਏ ਇੱਕ ਪੀੜਤ ਪਰਿਵਾਰ ਨੂੰ ਦਿੱਤਾ ਹੈ। ਕੀ ਕਿਸੇ ਦੇ ਪਰਿਵਾਰ ਦਾ ਮੇਰਾ ਪਿਓ, ਮੇਰਾ ਪੁੱਤ, ਮੇਰੀ ਧੀ ਚਲੀ ਜਾਂਦੀ ਹੈ ਔਰ ਮੇਰੀਆਂ ਅੱਖਾਂ ਦੇ ਸਾਹਮਣੇ ਉਹਨੂੰ ਕੋਹ ਕੇ ਮਾਰਿਆ ਜਾਂਦਾ ਹੈ, ਉਹਦੀ ਕੀਮਤ 5 ਲੱਖ ਹੈ। ਬੀਬੀ ਜਗਦੀਸ਼ ਕੌਰ ਹੋਣਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਮੈਂ ਉਹਨਾਂ ਦੇ ਨਾਲ ਖੁਦ ਗੱਲਬਾਤ ਕੀਤੀ ਹੈ, ਉਹਨਾਂ ਦੇ ਨਾਲ ਇੰਟਰਵਿਊ ਕੀਤੀ ਹੈ। ਉਹ ਦੱਸ ਰਿਹਾ ਸੀ ਕਿ ਕਿੰਜ ਉਹ ਕੋਠੇ ਦੀ ਛੱਤ ਤੇ ਲੰਮੇ ਪੈ ਕੇ ਆਪਣੇ ਆਪ ਨੂੰ ਬਚਾਇਆ, ਕਿੰਜ ਉਹਨਾਂ ਨੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਪਰਿਵਾਰ ਨੂੰ ਉਹਨਾਂ ਦਾ ਕਤਲ ਹੁੰਦਾ ਦੇਖਿਆ, ਤੇ ਕਿੰਜ ਘਰ ਦੇ ਬੂਹੇ ਤਾਕੀਆਂ ਲਾ ਕੇ ਅੱਧ ਸੜੀਆਂ ਲਾਸ਼ਾਂ ਦਾ ਸੰਸਕਾਰ ਕੀਤਾ ਉਹਨਾਂ ਨੇ, ਜਿਹੜੀਆਂ ਉਹਨਾਂ ਦੇ ਵਿਹੜੇ 'ਚ ਰੁਲਦੀਆਂ ਸੀ ਪਈਆਂ ਔਰ ਬਾਹਰ ਜਾ ਨਹੀਂ ਸੀ ਸਕਦੇ। ਆਪਣੇ ਘਰ ਦੇ ਬੂਹੇ ਤਾਕੀਆਂ ਪੱਟ ਕੇ ਲਾ ਕੇ ਤਾਂ ਉਹਨਾਂ ਦੀਆਂ ਜਿਹੜੀਆਂ ਸੰਸਕਾਰ ਕੀਤਾ ਉਹਨਾਂ ਦੀਆਂ ਬੋਡੀਆਂ ਦਾ, ਕਿਉਂਕਿ ਅੱਧ ਸੜੀਆਂ ਤਾਂ ਪਹਿਲਾਂ ਹੀ ਸੀ, ਗਲਾਂ 'ਚ ਟਾਇਰ ਪਾ ਦਿੱਤੇ ਗਏ ਸੀ ਜੀ। ਔਰ ਜਦੋਂ ਇਹਨਾਂ ਨੂੰ ਦੇਖਦੇ ਆ, ਅਸੀਂ ਸੁਣਦੇ ਆ ਇਹਨਾਂ ਗੱਲਾਂ ਨੂੰ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਆ ਜਿਨ੍ਹਾਂ ਨੇ ਬਹੁਤ ਸਾਰੀ ਫੰਡਿੰਗ ਬਾਹਰਲੇ ਮੁਲਕਾਂ 'ਚੋਂ ਇਕੱਠੀ ਹੋਈ ਹੈ ਵਿਧਵਾ ਕਲੋਨੀ ਦੇ ਨਾਂ ਤੇ, ਬਹੁਤ ਕੁਝ ਹੋਇਆ। ਪਰ ਅੱਜ ਵੀ ਜਦੋਂ ਤੁਸੀਂ ਉਹਨਾਂ ਅਸਲੀ ਲੋਕਾਂ ਨੂੰ ਮਿਲਦੇ ਆ ਨਾ, ਉਹਨਾਂ ਤੁਸੀਂ ਵਿਧਵਾ ਨੂੰ ਜਾ ਕੇ ਮਿਲਦੇ ਆ, ਉਸ ਕਲੋਨੀ 'ਚ ਜਾਂਦੇ ਆ, ਅੱਜ ਵੀ ਉਹ ਕਿਉਂ ਇਹੋ ਜਿਹੀ ਜ਼ਿੰਦਗੀ ਜੀ ਰਹੇ ਹੈਗੇ ਆ ਕਿ ਅੱਜ ਵੀ ਉਹਨਾਂ ਦੇ ਕੋਲ ਉਹ ਸਹੂਲਤਾਂ ਨਹੀਂ ਜਿਹੜੀਆਂ ਉਹਨਾਂ ਕੋਲ ਹੋਣੀਆਂ ਚਾਹੀਦੀਆਂ। ਆਪਾਂ ਰਣਜੀਤ ਸਿੰਘ ਕੁੱਕੀ ਗਿੱਲ ਨਾਲ ਇੰਟਰਵਿਊ ਕੀਤੀ ਸੀ ਕੁਝ ਦਿਨ ਪਹਿਲਾਂ। ਰਣਜੀਤ ਸਿੰਘ ਕੁੱਕੀ ਗਿੱਲ ਭਾਵਕ ਹੋ ਕੇ ਇਸ ਪਾਸੇ ਗਿਆ ਸੀ। ਕਿਹਦਾ ਦਿਲ ਕਰਦਾ ਕਿ ਮੈਂ ਜੇਲ੍ਹਾਂ ਜਾਵਾਂ? ਕਿਹਦਾ ਦਿਲ ਕਰਦਾ ਕਿ ਮੈਂ ਮੌਤ ਦੇ ਮੂੰਹ 'ਚ ਪਾਵਾਂ? ਕਿਸ ਦਾ ਕਰਦਾ? ਨਹੀਂ। ਪਰ ਕਿੰਨਾ ਕੁ ਉਹਨੂੰ ਪੁੱਛਿਆ ਕੌਮ ਨੇ? ਕਦੇ ਪੁੱਛ ਕੇ ਦੇਖਿਆ? ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੇਲ੍ਹਾਂ ਦੇ ਵਿੱਚ ਰੁਲ ਰਿਹਾ, 25 ਵਰ੍ਹੇ ਤੋਂ ਵੱਧ ਹੋ ਗਏ ਨੇ। ਉਹਦੀ ਵਾਈਫ, ਉਹਦਾ ਕੀ ਹਾਲ ਹੈ? ਉਹਨੂੰ ਇਹ ਨਹੀਂ ਪਤਾ ਮੇਰੀ ਜੌਬ ਕਿੱਥੇ ਹੈ, ਉਹਨੂੰ ਇਹ ਨਹੀਂ ਪਤਾ ਉਹਦੀ ਮਾਂ ਇਸ ਤਰ੍ਹਾਂ ਕਿਉਂ ਟੇਕਿਆ ਨਹੀਂ ਕਰ ਸਕੇ ਚੱਲ ਵਸੀ। ਪਿਓ ਇਸ ਵੇਲੇ ਹਸਪਤਾਲ ਦੇ ਵਿੱਚ ਪਿਆ, ਉਹਨੂੰ ਆਪਣੇ ਆਪ ਦਾ ਨਹੀਂ ਪਤਾ, ਕੰਨੋਂ ਸੁਣਨਾ ਬੰਦ ਹੋ ਗਿਆ, ਉਹਨੂੰ ਆਪ ਬਿਮਾਰ ਰਹਿੰਦੀ, ਪਰ ਅਜੇ ਤੱਕ ਵੀ ਅਦਾਲਤਾਂ 'ਚ ਭੱਜੇ ਫਿਰਦੇ। ਕੀ ਜ਼ਰੂਰਤ ਸੀ ਉਹਨਾਂ ਨੌਜਵਾਨਾਂ ਨੂੰ? ਕੀ ਲੋੜ ਸੀ ਮੂਵਮੈਂਟ ਜਾਣ ਦੀ? ਜੇ ਦਰਬਾਰ ਸਾਹਿਬ ਤੇ ਹਮਲਾ ਨਾ ਹੁੰਦਾ, ਇਹ ਸਾਰੇ ਨੌਜਵਾਨ ਬੈਠੇ ਸਨ, ਚੰਗੇ ਪੜ੍ਹ ਲਿਖ ਕੇ ਚੰਗੀਆਂ ਜੋਬਾਂ ਦੇ ਉੱਤੇ ਲੱਗਦੇ। ਪਰ ਅੱਜ ਇਹ ਹਾਲ ਕਿਉਂ ਹੋਇਆ? ਕਿਉਂਕਿ ਸਾਡੇ ਕੋਲ ਕੋਈ ਅੱਜ ਤੱਕ ਲੀਡਰਸ਼ਿਪ ਨਹੀਂ ਆ ਸਕੀ ਜਿਹੜੀ ਕੌਮ ਨੂੰ ਸਹੀ ਸੇਧ ਦੇ ਕੇ ਅੰਤਰਰਾਸ਼ਟਰੀ ਪੱਧਰ ਤੇ, ਅਸੀਂ ਅੰਤਰਰਾਸ਼ਟਰੀ ਕਨਵੈਨਸ਼ਨ ਤਾਂ ਕਰ ਲੈਂਦੇ ਹਾਂ, ਅਸੀਂ ਬੜੇ ਵੱਡੇ ਵੱਡੇ ਨਗਰ ਕੀਰਤਨ ਤਾਂ ਕੱਢ ਲੈਂਦੇ ਹਾਂ, ਬੜੀਆਂ ਵੱਡੀਆਂ ਵੱਡੀਆਂ ਕਾਨਫਰੰਸਾਂ ਕਰ ਲੈਂਦੇ ਹਾਂ, ਸਾਡੇ ਕੋਲ ਬੜੇ ਵਿਦਵਾਨ ਬੈਠੇ ਨੇ, ਬੜੇ ਵੱਡੇ ਵੱਡੇ ਇੰਟੈਲੈਕਚੁਅਲ ਬੈਠੇ ਨੇ। ਪਰ ਕਦੇ ਕਿਸੇ ਨੇ ਪਲੈਨਿੰਗ ਕੀਤੀ ਹੈ ਕਿ ਸਿੱਖ ਕੌਮ ਤੇ ਕਦੇ ਵੀ ਮੁਸੀਬਤ ਆਉਂਦੀ ਹੈ ਉਹਦੇ ਲਈ ਤੁਹਾਡੇ ਕੋਲ ਕੋਈ ਫੰਡਸ ਹੈ ਨੇ? ਨਾ। ਪਰ ਗੋਲਕਾਂ ਰੱਖ ਦਿੱਤੀਆਂ, ਗੋਲਕਾਂ ਪਾਈ ਚੱਲੋ। ਬਿਲਕੁਲ, ਗੋਲਕਾਂ ਰੱਖ ਦਿੱਤੀਆਂ। ਅਸੀਂ ਗੁਰੂ ਨੂੰ ਮੱਥਾ ਨਹੀਂ ਟੇਕਦੇ, ਗੋਲਕ ਨੂੰ ਮੱਥਾ ਟੇਕ ਲੈਂਦੇ ਆ। ਉਸ ਤੋਂ ਬਾਅਦ ਉਹਨਾਂ ਗੋਲਕਾਂ ਦੀ ਲੜਾਈ ਚੱਲਦੀ ਰਹਿੰਦੀ ਆ ਤੇ ਇਸੇ ਤਰ੍ਹਾਂ ਹੀ ਵਿਵਾਦਾਂ 'ਚ ਘਿਰੇ ਰਹਿੰਦੇ ਆ ਤੇ ਲੋਕੀ ਆਏ ਦਿਨ ਸਿੱਖਾਂ ਤੇ ਹੱਸਦੇ ਆ। ਖੈਰ, ਆਪਣੀ ਡਿਊਟੀ ਸੀ ਕਿ 30 ਅਕਤੂਬਰ ਤੋਂ ਲੈ ਕੇ 3 ਨਵੰਬਰ ਤੱਕ ਕੌਮ ਦੇ ਨਾਲ ਕੀ ਕੁਝ ਵਾਪਰਿਆ, ਉਹਦਾ ਬਿਰਤਾਂਤ, ਉਹਦਾ ਸੱਚ ਮੈਂ ਸਿਰਫ
ਆਪਣੀ ਜ਼ਬਾਨੀ ਨਹੀਂ, ਕੁਝ ਆਪਣੀ ਜ਼ਿੰਦਗੀ ਦੇ ਜਿਹੜੇ ਅੱਖੀਂ ਡਿੱਠੇ ਹਾਲ ਨੇ ਉਹਨਾਂ ਦੇ ਰਾਹੀਂ, ਕੁਝ ਕੁ ਉਹਨਾਂ ਰਾਈਟਰਸ ਦੇ ਰਾਹੀਂ ਜਿਨ੍ਹਾਂ ਨੇ ਆਪ ਦੇਖਿਆ, ਕੁਝ ਕੁ ਉਹਨਾਂ ਗਵਾਹਾਂ ਦੇ ਰਾਹੀਂ। ਬੀਬੀ ਜਗਦੀਸ਼ ਕੌਰ, ਉਹਨਾਂ ਦੀ ਮੈਂ ਇੰਟਰਵਿਊ ਬਹੁਤ ਵਾਰੀ ਕੀਤੀ ਹੈ, ਹੋਰ ਦਿੱਲੀ ਦੇ ਬਹੁਤ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੀ ਮੈਂ ਇੰਟਰਵਿਊ ਕੀਤੀ ਹੈ। ਜਦੋਂ ਉਹਨਾਂ ਦੀਆਂ ਕਹਾਣੀਆਂ ਸੁਣੀਦੀਆਂ ਨੇ ਤਾਂ ਇੱਕ ਵਾਰੀ ਸਰੀਰ ਦੇ ਲੂੰ ਕੰਡੇ ਖੜੇ ਹੋ ਜਾਂਦੇ ਨੇ ਕਿ ਮੇਰੀ ਕੌਮ ਜਿਹੜੀ ਆਪਣੇ ਆਪ ਨੂੰ ਮਾਰਸ਼ਲ ਕਹਿਣ ਵਾਲੀ ਕੌਮ ਹੈ, ਉਹ ਕੌਮ ਕਿਉਂ ਨਾ ਉਹਨਾਂ ਦਾ ਧਿਆਨ ਕਰ ਸਕੀ। ਇਹ ਅੱਜ ਬੜਾ ਵੱਡਾ ਸਵਾਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਤੇ ਕੋਈ ਇਹੋ ਜਿਹੀ ਮੁਸੀਬਤ ਬਣਦੀ ਹੈ, ਉਹਦਾ ਹੱਲ ਕਿਸੇ ਕੋਲ ਹੈ? ਇਹ ਇੱਕ ਸਵਾਲੀਆ ਚਿੰਨ੍ਹ ਤੁਹਾਡੇ ਲਈ ਛੱਡ ਕੇ ਚੱਲੇ ਹਾਂ। ਤੁਸੀਂ ਦੇਖਣਾ ਹੈ ਕਿ ਕੌਮ ਦੇ ਵਿੱਚ ਕਿਹੜਾ ਨੁਮਾਇੰਦਾ ਇੱਕ ਐਸਾ ਹੈ ਜਿਹੜਾ ਕੌਮ ਨੂੰ ਸਹੀ ਸੇਧ ਦੇ ਸਕੇ। ਸਾਡੇ ਕੋਲ ਅਕਾਲ ਤਖਤ ਸਾਹਿਬ ਜ਼ਰੂਰ ਹੈ, ਪਰ ਅਕਾਲ ਤਖਤ ਸਾਹਿਬ ਦੇ ਉੱਤੇ ਕਬਜ਼ਾ ਕਿਹਨਾਂ ਲੋਕਾਂ ਦਾ ਹੈ, ਇਹ ਇੱਕ ਬੜਾ ਵੱਡਾ ਸਵਾਲ ਹੈ। ਕਿ ਉਹ ਲੋਕ ਸਿੱਖਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੇ ਲਈ ਕੁਝ ਸਾਨੂੰ ਦਵਾ ਸਕਦੇ ਨੇ? ਸਾਡੇ ਕੋਲ ਅੰਤਰਰਾਸ਼ਟਰੀ ਪੱਧਰ ਦੀ ਕੋਈ ਲੀਗਲ ਟੀਮ ਹੈ? ਨਹੀਂ ਹੈ। ਪਰ ਯਸ, ਇਹਨਾਂ ਟਾਕ ਸ਼ੋਆਂ ਤੋਂ ਬਾਅਦ ਜਦੋਂ ਗੁਰਮੀਤ ਸਿੰਘ ਪਿੰਕੀ ਨਾਲ ਆਪਣੀ ਗੱਲਬਾਤ ਹੋਈ, ਮੈਂ ਅੱਜ ਕਲੀਅਰ ਕਰਦੇ ਹਾਂ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਕਿ ਅਮਰ ਸਿੰਘ ਚਾਹਲ ਜਿਹੜੇ ਹਿਊਮਨ ਰਾਈਟਸ ਦੇ ਵਕੀਲ ਨੇ, ਉਹਨਾਂ ਨੇ ਜਦੋਂ ਆਪਣੀ ਗੱਲਬਾਤ ਸੁਣੀ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਮੇਰੇ ਨਾਲ ਦੂਸਰੇ ਰੇਡੀਓ ਦੇ ਪ੍ਰੋਗਰਾਮ ਦੇ ਵਿੱਚ ਕਿ ਮੈਂ ਜਿੰਨੇ ਵੀ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਪਰਿਵਾਰ ਨੇ, ਉਹਨਾਂ ਦੇ ਕੇਸ ਬਿਲਕੁਲ ਫ੍ਰੀ ਲੜਾਂਗਾ। ਪਰ ਮੈਂ ਚਾਹਾਂਗਾ ਸਾਰੇ ਦਰਸ਼ਕਾਂ ਨੂੰ ਕਿ ਜੇ ਤੁਹਾਡੇ ਪਰਿਵਾਰ ਦਾ ਕੋਈ ਜੀ ਅਜੇ ਤੱਕ ਲਾਪਤਾ ਹੈ ਤੇ ਜ਼ਰੂਰ ਤੁਸੀਂ ਸਰਦਾਰ ਅਮਰ ਸਿੰਘ ਚਾਹਲ ਨਾਲ ਸੰਪਰਕ ਕਰਿਆ ਜੇ ਚੰਡੀਗੜ੍ਹ ਦੇ ਵਿੱਚ, ਕਿਉਂਕਿ ਜਿੰਨਾ ਚਿਰ ਅਸੀਂ ਇੱਥੋਂ ਜਾਗਰੂਕ ਨਹੀਂ ਕਰਾਂਗੇ, ਇਹਨਾਂ ਮੰਚ ਦੇ ਉੱਤੇ, ਇਹਨਾਂ ਮਾਈਕ ਦੇ ਉੱਤੇ ਬੈਠ ਕੇ, ਇਹਨਾਂ ਕੈਮਰਿਆਂ ਦੇ ਉੱਤੇ ਬੈਠ ਕੇ ਜੇ ਸੱਚ ਨਹੀਂ ਬੋਲਾਂਗੇ ਤੇ ਸਾਡਾ ਇਸ ਮਾਈਕ ਨੂੰ ਪਾਣਾ ਵਿਅਰਥ ਹੈ। ਯਤਨ ਸੀ ਕਿ ਸੱਚ ਤੁਹਾਡੇ ਸਾਹਮਣੇ ਲਿਆਂਦਾ। ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਕੀ ਸਿੱਖਦੀਆਂ ਨੇ, ਆਉਣ ਵਾਲਾ ਸਮਾਂ ਦੱਸੇ ਜੀ। ਕੁਲਦੀਪ ਸਿੰਘ ਜੀ, ਬਹੁਤ ਵਧੀਆ ਜਿਹੜਾ ਅੱਜ ਗੱਲਬਾਤ ਕੀਤੀ ਹੈ। ਇੱਕ ਦੁਖਾਂਤ ਆ, ਇੱਕ ਕਤਲੇਆਮ ਆ। ਸਾਨੂੰ ਆਪਣੇ ਬੱਚਿਆਂ ਨੂੰ, ਨੌਜਵਾਨ ਪੀੜ੍ਹੀ ਨੂੰ ਸਾਨੂੰ ਇਹਨੂੰ ਯਾਦ ਕਰਨਾ ਚਾਹੀਦਾ, ਦੱਸਣਾ ਚਾਹੀਦਾ ਕਿ ਆਖਰ ਸਾਡੇ ਨਾਲ ਹੋਇਆ ਕਿਉਂ ਸੀ। ਔਰ ਜਿਹੜੇ ਸਾਡੀਆਂ ਬਹੁਤ ਇਹੋ ਜਿਹੀਆਂ ਸ਼ਖਸੀਅਤਾਂ ਆ, ਸੋ ਸਾਨੂੰ ਰਲ ਕੇ ਕੋਈ ਇਹੋ ਜਿਹਾ ਪਲੇਟਫਾਰਮ ਬਣਾਉਣਾ ਚਾਹੀਦਾ ਕਿ ਜਿੱਥੇ ਕਦੇ ਵੀ ਕਿਤੇ ਭੀੜ ਪੈਂਦੀ ਆ, ਖਾਸ ਕਰਕੇ ਸਾਡੀ ਕੌਮ ਤੇ, ਸਿੱਖ ਕੌਮ ਤੇ ਜਾਂ ਕਿਸੇ ਹੋਰ ਤੇ ਵੀ ਪੈਂਦੀ ਆ, ਅਸੀਂ ਜਿਹੜੇ ਇੰਨੇ ਪੈਸੇ ਕੋਰਟਾਂ ਕਚਹਿਰੀਆਂ ਚ ਲਾਉਂਦੇ ਆ, ਇੰਨੇ ਪੈਸੇ ਅਸੀਂ ਲੜਾਈਆਂ ਝਗੜਿਆਂ ਤੇ ਲਾਉਂਦੇ ਆ, ਤੇ ਉਹ ਅਸੀਂ ਕਿਸੇ ਹੋਰ ਚੱਜ ਦੇ ਕੰਮ ਤੇ ਲਾ ਸਕੀਏ। ਬਾਕੀ ਤੁਹਾਡੇ ਨਾਲ ਜਾਂਦੇ ਜਾਂਦੇ ਮੈਂ ਦੱਸਦੇ ਆ, ਜਿੱਥੇ ਸਿੱਖਾਂ ਦਾ ਖੂਨ ਡੁੱਲਿਆ ਹੈ, ਵਿਦੇਸ਼ਾਂ ਵਾਲੇ ਸਿੱਖਾਂ ਨੇ ਇੱਕ ਕੰਮ ਬੜਾ ਵਧੀਆ ਕੀਤਾ, ਬਲੱਡ ਡੋਨੇਸ਼ਨ ਬਾय ਸਿੱਖ ਨੇਸ਼ਨ। ਉਹਦਾ ਜ਼ਰੂਰ ਜ਼ਿਕਰ ਕਰੋ ਕਿ ਬਿਲਕੁਲ ਜੀ, ਹਾਂਜੀ, ਮੈਂ ਦੱਸਣਾ ਚਾਹੁੰਦੀ ਹਾਂ, ਮੈਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਨਾਲ ਲੈ ਕੇ ਆਵਾਂਗੀ ਤਾਂ ਕਿ ਉਹ ਸਾਰਾ ਡੀਟੇਲਸ ਦੇ ਸਕਣ ਕਿ ਸਿੱਖ ਆਪਣੇ ਖੂਨ ਦਾ ਇੱਕ ਇੱਕ ਕਤਰਾ ਦੇ ਕੇ ਦੂਜੇ ਦੀ ਜਾਨ ਬਚਾਉਣ ਵਾਲੀ ਕੌਮ ਆ, ਕਿਸੇ ਦੀ ਜਾਨ ਲੈਣ ਵਾਲੀ ਕੌਮ ਨਹੀਂ। ਪਰ ਹਾਂ, ਜੇ ਕੋਈ ਤੁਹਾਡੇ ਸਿਰ ਤੇ ਚੜ ਕੇ ਤਾਂਡਵ ਕਰਨ ਲੱਗ ਪਵੇ ਤੇ ਫੇਰ ਜਵਾਬ ਦੇਣਾ। ਸਾਡੇ ਗੁਰਾਂ ਨੇ ਵੀ ਕਿਹਾ ਵੀ ਪਹਿਲਾਂ ਬਾਰ ਕਰਨਾ ਨਹੀਂ, ਜੇ ਕੋਈ ਕਰਦਾ ਤੇ ਫੇਰ ਜਰਨਾ ਨਹੀਂ। ਬਿਲਕੁਲ। ਸੋ ਇਹ ਬਲੱਡ ਡੋਨੇਸ਼ਨ ਬਾय ਸਿੱਖ ਨੇਸ਼ਨ, ਇਹਦੇ ਲਈ ਕਾਫੀ ਵੱਖ-ਵੱਖ ਜਗ੍ਹਾ ਤੇ ਹੋ ਰਹੀ ਹੈਗੀ ਆ, ਕਿਉਂਕਿ ਹੁਣ ਕੋਵਿਡ ਦੇ ਚੱਲਦਿਆਂ ਕੁਲਦੀਪ ਸਿੰਘ ਜੀ ਬਹੁਤ ਸਾਰੀਆਂ ਗਾਈਡਲਾਈਨਸ ਆ, ਸੋ ਅਸੀਂ ਇਕੱਠ ਨਹੀਂ ਕਰ ਸਕਦੇ। ਸੋ ਪਹਿਲਾਂ ਤਾਂ ਮੈਂ ਇਹਦੀ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ, www.sikhnation.net ਤੇ ਨੰਬਰ ਹੈਗਾ ਜੀ ਇਹਨਾਂ ਦਾ 6043691984। ਓਕੇ, ਦੁਬਾਰਾ ਰਿਪੀਟ ਕਰਿਓ। 6043691984 604 369 1984। ਹਾਂਜੀ ਜੀ। ਤੇ ਬਿਲਕੁਲ ਜੀ, ਇਹਦੀਆਂ ਜਿਹੜੀਆਂ ਡੇਟ ਹੈਗੀਆਂ, ਸਰੀ ਦੇ ਵਿੱਚ ਨਵੰਬਰ 7 ਨੂੰ ਆ। ਇਹ ਹੈਗਾ 12870 72 ਐਵਨਿਊ, ਪ੍ਰਿੰਸੈਸ ਮਾਰਗਰੇਟ ਸਕੂਲ ਹੈਗਾ ਆ, ਜਿੱਥੇ 10 ਵਜੇ ਸਵੇਰ ਤੋਂ ਲੈ ਕੇ 4:45 PM ਤੱਕ ਹੈ। ਬਾਈ ਅਪਾਇੰਟਮੈਂਟਸ ਆ, ਤੁਸੀਂ ਆਨਲਾਈਨ ਤੇ ਬੁੱਕ ਕਰ ਸਕਦੇ ਆ ਜਾਂ ਤੁਸੀਂ ਫੋਨ ਕਰਕੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਸੋ ਐਬਸਫੋਰਡ ਦੇ ਵਿੱਚ ਹੈਗਾ ਆ ਨਵੰਬਰ 14 ਤੇ 15 ਨੂੰ ਸਵੇਰ ਦੇ 10 ਵਜੇ ਤੋਂ ਲੈ ਕੇ 4:45 ਵਜੇ ਤੱਕ। ਕੈਮਲੂਪਸ ਦੇ ਵਿੱਚ ਨਵੰਬਰ 14 ਨੂੰ ਆ, ਦੁਪਹਿਰ ਨੂੰ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਔਰ ਵਿਕਟੋਰੀਆ ਦੇ ਵਿੱਚ ਨਵੰਬਰ 7 ਨੂੰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਹੈ। ਵੈਂਕੂਵਰ ਦੇ ਵਿੱਚ ਨਵੰਬਰ 21 ਨੂੰ ਆ,
ਸਵੇਰ ਦੇ 10 ਵਜੇ ਤੋਂ ਲੈ ਕੇ 5 ਵਜੇ ਤੱਕ, ਤੇ ਕਲੋਨਾ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਆ। ਸੋ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ 604 369 1984 ਇਹਨਾਂ ਦਾ ਨੰਬਰ ਹੈਗਾ, ਉਹਦੇ ਤੇ ਇਨਫੋਰਮੇਸ਼ਨ ਲਈ ਜਾ ਸਕਦੀ ਹੈਗੀ ਆ। ਤੇ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਆ, ਹਮੇਸ਼ਾ ਹੀ ਸਿੱਖਾਂ ਦੀ ਗੱਲ ਆਉਂਦੀ ਆ, ਤੇ ਕੈਲਗਰੀ ਸ਼ਹਿਰ ਦੀ ਜਦੋਂ ਅਸੀਂ ਗੱਲ ਕਰਦੇ ਆ, ਸੋ ਪਿੱਛੇ ਜੇ ਬੜਾ ਮਜ਼ਾਕ ਕੈਲਗਰੀ ਸ਼ਹਿਰ ਦਾ ਉਡਾਇਆ। ਚੰਗੀਆਂ ਗੱਲਾਂ ਵੀ ਸਾਨੂੰ ਕਰਨੀਆਂ ਚਾਹੀਦੀਆਂ, ਜਦੋਂ ਮਾੜੀ ਗੱਲ ਕੋਈ ਸਾਹਮਣੇ ਆਉਂਦੀ ਹੈ ਉਹਦੇ ਤੇ ਸਾਡਾ ਬੋਲਣਾ ਵੀ ਬਣਦਾ, ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ, ਵੀ ਅਸੀਂ ਅਵੇਅਰਨੈਸ ਦੇ ਸਕੀਏ। ਪਰ ਜਦੋਂ ਚੰਗੀਆਂ ਗੱਲਾਂ ਸਾਹਮਣੇ ਨਿਕਲ ਕੇ ਆਉਂਦੀਆਂ, ਉਹਨਾਂ ਤੇ ਵੀ ਸਾਨੂੰ ਬੋਲਣਾ ਚਾਹੀਦਾ ਕਿ ਇਹ ਕਾਹੀ ਪੱਖ ਆ, ਇਹ ਉਹੀ ਲੋਕ ਨੇ। ਗਲਤੀਆਂ ਹਰ ਕੋਈ ਕਰਦਾ। ਸੋ ਪਹਿਲਾਂ ਸਾਗ ਨੂੰ ਲੈ ਕੇ, ਫਿਰ ਪ੍ਰੈਸ਼ਰ ਕੁੱਕਰ ਨੂੰ ਲੈ ਕੇ ਬੜਾ ਲੋਕਾਂ ਨੇ ਮਜ਼ਾਕ ਉਡਾਇਆ ਸੀ, ਪਰ ਹੁਣ ਕੈਲਗਰੀ ਸ਼ਹਿਰ ਦੇ ਵਿੱਚ 2 ਡੁੱਬ ਰਹੀਆਂ ਸੀ ਕੁੜੀਆਂ, ਜਿਨ੍ਹਾਂ ਨੂੰ 2 ਬੱਚੀਆਂ ਡੁੱਬ ਰਹੀਆਂ ਸੀ, ਜਿਨ੍ਹਾਂ ਨੂੰ ਕੋਸ਼ਿਸ਼ ਕੀਤੀ ਤੇ ਆਪਣੇ ਸਿੱਖਾਂ ਨੇ ਆਪਣੀਆਂ ਦਸਤਾਰਾਂ ਬੰਨ੍ਹ ਕੇ ਤੇ ਵਿੱਚ ਸੁੱਟ ਕੇ ਪਾਣੀ ਦੇ, ਤੇ ਉਹਨਾਂ ਨੂੰ ਉਹ ਦਸਤਾਰਾਂ ਦੇ ਆਸਰੇ ਉਹਨਾਂ ਨੂੰ ਡੁੱਬਣ ਤੋਂ ਬਚਾਇਆ। ਸੋ ਬੜੀ ਮਾਣ ਵਾਲੀ ਗੱਲ ਆ ਕਿ ਇਹ ਜੇ ਸਾਡੇ ਸਿਰ ਦਾ ਤਾਜ ਆ ਨਾ, ਤੇ ਇਹਨੇ ਕਿਸੇ ਦੀ ਜਾਨ ਬਚਾਈ ਹੈ, ਸਾਡੀ ਸ਼ਾਨ ਆ, ਕਹਿ ਲਓ ਮਾਣ ਤੇ ਸ਼ਾਨ ਆ। ਸੋ ਇਸ ਕਰਕੇ ਇਹ ਵੀ ਬੜੀ ਚੰਗੀ ਘਟਨਾ ਆ ਕਿ ਕਿਸੇ ਦੀ ਜਾਨ ਬਚਾਈ, ਤੇ ਫਿਰ ਤੋਂ ਇੱਕ ਵਾਰੀ ਸੁਰਖੀਆਂ ਦੇ ਵਿੱਚ ਚੰਗੇ ਕੰਮਾਂ ਦੇ ਲਈ ਸਿੱਖ ਆਏ ਆ। ਇਹ ਵੀ ਬੜਾ। ਤੇ ਇਵੇਂ ਹੀ ਪਿੱਛੇ ਜਿਹਾ ਫਰੈਜ਼ਨੋ ਦੇ ਵਿੱਚ ਵੀ ਇੱਕ ਨੌਜਵਾਨ ਨੇ ਡੁੱਬ ਰਹੀਆਂ ਬੱਚੀਆਂ ਨੂੰ ਬਚਾਉਂਦੇ ਆਪਣੀ ਉਹਦੀ ਜਾਨ ਚਲੇ ਗਈ ਸੀ। ਚੜ੍ਹਦੀ ਉਮਰ ਦਾ ਨੌਜਵਾਨ ਸੀ। ਸੋ ਬਹੁਤ ਵਧੀਆ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਤੁਸੀਂ, ਸਾਰੀ ਖੁੱਲ੍ਹ ਕੇ ਡੀਟੇਲ ਇਹਦੇ ਬਾਰੇ ਦੱਸੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਸ ਮੰਚ ਤੇ ਬੈਠ ਕੇ ਅਸੀਂ ਗੱਲਾਂ ਕਰਦੇ ਹਾਂ, ਅਸੀਂ ਉਹ ਗੱਲਾਂ ਲੈ ਕੇ ਆਉਂਦੇ ਹਾਂ ਜਿਹੜੀਆਂ ਸਾਨੂੰ ਲਿਆਉਣੀਆਂ ਚਾਹੀਦੀਆਂ। ਸੱਚ ਕੌੜਾ ਹੁੰਦਾ ਆ, ਪਰ ਜਿਨ੍ਹਾਂ ਨੂੰ ਤਾਂ ਹਜਮ ਹੁੰਦਾ ਆ, ਜਿਹੜੇ ਆਦੀ ਨੇ ਉਹਨੂੰ ਸੁਣਨ ਦੇ, ਉਹ ਤੇ ਪਸੰਦ ਕਰਦੇ ਆ। ਜਿਨ੍ਹਾਂ ਨੂੰ ਨਹੀਂ ਹਜਮ ਹੁੰਦਾ, ਕਿੰਤੂ ਪ੍ਰੰਤੂ ਬੜੀ ਆਏ ਦਿਨ ਹੁੰਦੀ ਰਹਿੰਦੀ ਹੈ, ਉਹਨਾਂ ਦਾ ਰਾਈਟ ਹੈ। ਔਰ ਬਿਲਕੁਲ ਜੀ, ਉਸ ਦਿਨ ਵੀ ਅਸੀਂ ਗੱਲ ਕੀਤੀ ਸੀ ਜਦੋਂ ਅਸੀਂ ਰੈਂਟਨ ਗੁਰੂ ਘਰ ਦੇ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਸੀਗੀ। ਔਰ ਉਸ ਤੋਂ ਬਾਅਦ ਗੁਰਮੀਤ ਪਿੰਕੀ ਹੋਣਾ ਦੇ ਨਾਲ ਗੱਲਬਾਤ ਹੋਈ ਸੀ, ਗੁਰਚਰਨ ਸਿੰਘ ਧਾਲੀਵਾਲ ਹੋਣਾ ਦੀ, ਉਹਨਾਂ ਨੇ ਬਹੁਤ ਸਾਰੇ ਖੁਲਾਸੇ ਕੀਤੇ ਸੀ। ਸੋ ਉਸ ਦਿਨ ਵੀ ਆਪਾਂ ਕਿਹਾ ਸੀ ਕਿ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ, ਜੇ ਲੱਗਦਾ ਕਿ ਸ਼ਾਇਦ ਅਸੀਂ ਕੋਈ ਉਹਨਾਂ ਦੀ ਕਿਸੇ ਦਾ ਪੱਖ ਲਿਆ, ਤੇ ਉਹ ਬਿਲਕੁਲ ਐਨੀ ਟਾਈਮ ਆ ਕੇ ਆਪਣਾ ਪੱਖ ਰੱਖ ਸਕਦੇ ਆ। ਅੱਜ ਵੀ ਰੱਖ ਸਕਦੇ ਆ, ਜਦੋਂ ਉਹਨਾਂ ਦਾ ਦਿਲ ਕਰਦਾ, ਜੇ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਰੱਖ ਸਕਦੇ ਆ। ਪਰ ਜੇ ਉਹ ਸੋਚਦੇ ਆ ਕਿ ਸ਼ਾਇਦ ਮੀਡੀਆ 'ਚ ਰਹਿ ਕੇ ਕਿ ਕਿਸੇ ਨੇ ਕਿਸੇ ਨੂੰ ਖਰੀਦ ਕੇ ਕੋਈ ਗੱਲਾਂ ਕਰਾਈਆਂ, ਤੇ ਮੀਡੀਆ ਦਾ ਬੀਬਾ ਜੀ ਆਪਾਂ ਕੱਲ ਆਏ ਆ, ਪਰ ਸਿੱਖ ਜੰਮਦੇ ਆ, ਭੈ ਕਾਹੂ ਕੋ ਦੇਤ ਨਹਿ ਪੈਮਾਨ ਧਿਆਨ, ਨਾ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਤੋਂ ਡਰਨਾ। ਸੱਚ ਖਬਰਸਾਰ ਬਿਹਾਈਂਡ ਦਾ ਨਿਊਜ਼ ਦੇ ਵਿੱਚ ਲਿਆਉਣ ਦਾ ਹਮੇਸ਼ਾ ਯਤਨ ਕਰਾਂਗੇ। ਉਮੀਦ ਹੈ ਕਿ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਸੀਂ ਇਹਨੂੰ ਆਪਣੇ ਬੱਚਿਆਂ ਤੱਕ ਅੱਗੇ ਜ਼ਰੂਰ ਦੱਸੋਗੇ ਕਿ 31 ਅਕਤੂਬਰ ਤੋਂ ਲੈ ਕੇ 3 ਨਵੰਬਰ ਤੱਕ ਦਿੱਲੀ ਮਚਦੀ ਰਹੀ ਤੇ ਨੀਰੂ ਬੰਸਰੀ ਵਜਾਉਂਦਾ ਰਿਹਾ। ਰਾਜਨੀਤਿਕ ਲੋਕ ਜਿਨ੍ਹਾਂ ਦੀ ਇਹ ਡਿਊਟੀ ਬਣਦੀ ਸੀ, ਜਿਨ੍ਹਾਂ ਦਾ ਇਹ ਫਰਜ਼ ਬਣਦਾ ਸੀ, ਉਹ ਅੱਖਾਂ ਮੀਚ ਕੇ ਬੈਠੇ ਰਹੇ। ਕਦੇ ਵੀ ਨਿਆਂ ਦੀ ਮੰਗ ਨਹੀਂ ਕੀਤੀ, ਕਦੇ ਵੀ ਪਾਰਲੀਮੈਂਟ ਦੇ ਵਿੱਚ ਇਹਦੇ ਵਿੱਚ ਸਾਹਮਣੇ ਸ਼ਰੇਆਮ ਜਾ ਕੇ ਓਪਨਲੀ ਮਾਫੀ ਨਹੀਂ ਮੰਗੀ ਗਈ ਕਿ 17,000 ਬੇਦੋਸ਼ੇ ਸਿੱਖਾਂ ਦਾ ਕਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਉਹਨਾਂ ਦੇ ਇੱਕ ਨੁਮਾਇੰਦੇ ਨੇ ਜਾਂ 2 ਨੁਮਾਇੰਦਿਆਂ ਨੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਨੂੰ ਮਾਰਿਆ ਸੀ, ਇਸ ਕਰਕੇ ਕਿਉਂਕਿ ਉਹਨੇ ਧਰਮ ਸਥਾਨਾਂ ਦੇ ਉੱਤੇ ਹਮਲਾ ਕੀਤਾ ਸੀ। ਉਹਦਾ ਕਾਰਨ ਇਹ ਸੀ। ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਅੱਗੇ ਜਿਹੜੇ ਤੁਹਾਡੇ ਹੋਰ ਪਰਿਵਾਰ ਨੇ ਉਹਨਾਂ ਤੱਕ ਜ਼ਰੂਰ ਭੇਜਣ ਦਾ ਉਪਰਾਲਾ ਕਰੋਗੇ, ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਜਾਣਕਾਰੀ ਲੈ ਕੇ ਤੁਹਾਡੇ ਨਾਲ ਸ਼ਾਮਲ ਹੋਵਾਂਗੇ। ਕੁਲਦੀਪ ਸਿੰਘ ਜੀ, ਬਹੁਤ ਵਧੀਆ ਲੱਗਾ ਤੁਸੀਂ ਸਮਾਂ ਦਿੱਤਾ, ਤੇ ਅੱਜ ਮੰਗਲਵਾਰ ਹੈ, ਤੁਹਾਡੇ ਨਾਲ ਫਿਰ ਸਾਡੀ ਵੀਰਵਾਰ ਮੁਲਾਕਾਤ ਹੋਵੇਗੀ। ਵੀਰਵਾਰ ਤੇ ਸ਼ੁੱਕਰਵਾਰ ਤੁਸੀਂ ਫਿਰ ਸਾਡੇ ਰੂਬਰੂ ਹੋਵੋਗੇ, ਫਿਰ ਕਿਸੇ ਹੋਰ ਵਧੀਆ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ। ਸੋ ਧੰਨਵਾਦ ਜੀ ਤੁਹਾਡਾ ਸਮਾਂ ਦੇਣ ਦੇ ਲਈ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਇਹ ਸਨ ਜੀ ਮੇਰੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ, ਔਰ ਇਸ ਤੋਂ ਪਹਿਲਾਂ ਜਸਵੀਰ ਸਿੰਘ ਪੱਟੀ, ਜਿਨ੍ਹਾਂ ਨੇ ਪੰਜਾਬ ਅੰਮ੍ਰਿਤਸਰ ਪੱਟੀ ਤੋਂ ਸਾਡੇ ਨਾਲ ਗੱਲਬਾਤ ਕੀਤੀ ਔਰ ਪੰਜਾਬ ਦੀਆਂ ਖਬਰਾਂ ਦੇ ਲਈ ਸਾਡੇ ਨਾਲ ਅਪਡੇਟ ਉਹ ਲੈ ਕੇ ਆਏ। ਸੋ ਸਾਡੀ ਕੋਸ਼ਿਸ਼ ਹੁੰਦੀ ਆ ਸਾਂਝਾ ਟੀਵੀ ਦੇ ਪਲੇਟਫਾਰਮ ਰਾਹੀਂ ਅਸੀਂ ਹਮੇਸ਼ਾ ਹੀ ਉਹ ਗੱਲਾਂ ਤੁਹਾਡੇ ਤੱਕ ਲੈ ਕੇ ਆਈਏ ਔਰ ਸਮੇਂ-ਸਮੇਂ ਸਿਰ ਅਸੀਂ ਅਵੇਅਰਨੈਸ ਦਿੰਦੇ ਰਹੀਏ ਕਿ ਆਖਰ ਹੋ ਕੀ ਰਿਹਾ ਸਾਡੇ ਆਲੇ ਦੁਆਲੇ, ਸਾਡੀ ਨੌਜਵਾਨ ਪੀੜ੍ਹੀ ਤੱਕ ਇਹ ਮੈਸੇਜ ਲੈ ਕੇ ਜਾਣ ਦੀ ਕੋਸ਼ਿਸ਼ ਕਰੀਏ। ਸੋ ਜੇ ਅਸੀਂ ਇੱਕ ਉਪਰਾਲਾ ਕੀਤਾ ਤੇ ਤੁਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਕੋਸ਼ਿਸ਼ ਕਰੋ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਾਂਝਾ ਟੀਵੀ ਦੀ ਫੇਸਬੁੱਕ ਪੇਜ ਤੇ ਜਾ ਕੇ ਆਪੋ ਆਪਣੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਇਹਨੂੰ ਸ਼ੇਅਰ ਕਰਕੇ ਹਰ ਇੱਕ ਉਸ ਨੌਜਵਾਨ ਦੇ ਹੱਥਾਂ ਤੱਕ ਪਹੁੰਚਦਾ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਖਰ ਹੋਇਆ ਕੀ ਸੀ।
ਸੋ ਸਾਡਾ ਸਮਾਂ ਜਿਹੜਾ ਆ ਇਜਾਜ਼ਤ ਨਹੀਂ ਦੇ ਰਿਹਾ ਸਾਨੂੰ। ਸਾਡੇ ਨਾਲ ਕਾਲਰ ਵੀ ਜੁੜੇ ਹੋਏ ਨੇ, ਪਰ ਮਾਫੀ ਚਾਹੁੰਦੀ ਆ ਜੀ, ਅੱਜ ਅਸੀਂ ਹੁਣ ਜਿਹੜਾ ਸਾਡਾ ਸਮਾਂ ਪਹਿਲਾਂ ਹੀ ਓਵਰ ਜਾ ਚੁੱਕਾ ਆ, ਪਰ ਕੱਲ ਜਾਂ ਵੀਰਵਾਰ ਕੁਲਦੀਪ ਸਿੰਘ ਜੀ ਵਾਪਸ ਸਾਡੇ ਸ਼ੋਅ 'ਚ ਆਉਣਗੇ, ਫਿਰ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ, ਦੱਸ ਸਕਦੇ ਹੋ ਕਿ ਤੁਹਾਨੂੰ ਸ਼ੋਅ ਕਿਵੇਂ ਦਾ ਲੱਗਾ। ਔਰ ਅੱਜ ਸ਼ਾਮੀ ਫਿਰ ਮੇਰੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਮੇਰਾ ਸਾਥ ਦੇਣਗੇ ਰਫਤਾਰ ਸਿੰਘ ਗਿੱਲ ਗੱਲਾਂ ਖਰੀਆਂ ਖਰੀਆਂ ਵਿੱਚ, ਤੇ ਨਵੰਬਰ 7 ਨੂੰ ਐਬਸਫੋਰਡ ਦੇ ਵਿੱਚ ਲਾਈਵ ਔਨ 에ਅਰ ਜਿਹੜੀ ਸਾਡੀ ਹੋ ਰਹੀ ਹੈਗੀ ਆ ਸਨ ਫਾਰਮ ਤੇ ਢੇਸੀ ਮੀਟ ਤੇ, ਔਰ ਉੱਥੇ ਐਬਸਫੋਰਡ ਦੇ ਵਿੱਚ ਸਾਡੀ ਸਾਂਝਾ ਟੀਵੀ ਦੀ ਟੀਮ ਤੁਹਾਨੂੰ ਮਿਲੇਗੀ। ਸੋ ਵਾਪਸ ਜਿਹੜਾ ਕੋਵਿਡ ਦੀਆਂ ਪ੍ਰੀਕਾਸ਼ਨਸ ਗਾਈਡਲਾਈਨਸ ਨਵੀਆਂ ਆ ਗਈਆਂ ਨੇ, ਵੱਧ ਰਹੇ ਨੇ ਕੇਸ ਆਏ ਦਿਨ। ਸੋ ਆਓ ਰਲ ਕੇ ਅਸੀਂ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੀਏ। ਜਿੱਥੇ ਕਿਤੇ ਵੀ ਅਸੀਂ ਪਬਲਿਕ ਪਲੇਸਿਸ ਤੇ ਜਾਂਦੇ ਹੈਗੇ ਆ, ਮੇਕ ਸ਼ੋਰ ਕਿ ਅਸੀਂ ਮਾਸਕ ਪਾ ਕੇ ਰੱਖੀਏ, ਸੈਨੀਟਾਈਜ਼ਰ ਕਰੀਏ। ਬਹੁਤ ਸਾਰੇ ਲੋਕ ਜਦੋਂ ਕਿਤੇ ਗਰੋਸਰੀ ਲਈ ਜਾਂ ਸਟੋਰ 'ਚ ਜਾਂਦੇ ਆ ਮਾਸਕ ਲੈ ਕੇ ਨਹੀਂ ਜਾਂਦੇ। ਅਸੀਂ ਆਪਣੀ ਆਦਤ ਬਣਾ ਲਈਏ, ਅਸੀਂ ਮਾਸਕ ਆਪਣੇ ਕੋਲ ਰੱਖੀਏ। ਇਹ ਸਾਡੀ ਆਪਣੀ ਤੇ ਆਪਣੇ ਪਰਿਵਾਰ ਦੀ ਸੇਫਟੀ ਲਈ ਆ। ਮਾਸਕ ਨਾ ਪਹਿਨ ਕੇ ਅਸੀਂ ਕਿਸੇ ਤੇ ਅਹਿਸਾਨ ਨਹੀਂ ਕਰ ਰਹੇ ਜਾਂ ਅਸੀਂ ਕਿਸੇ ਨੂੰ ਸ਼ੋਅ ਆਫ ਨਹੀਂ ਕਰ ਰਹੇ। ਅਸੀਂ ਆਪਣੀ ਸਿਹਤ ਦਾ ਤੇ ਆਪਣੇ ਬੱਚਿਆਂ ਦੀ, ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੀਏ ਤੇ ਦੂਜਿਆਂ ਦਾ ਵੀ ਖਿਆਲ ਰੱਖੀਏ। ਸੋ ਗਾਈਡਲਾਈਨਸ ਬਹੁਤ ਆ ਰਹੀਆਂ, ਇਹਨਾਂ ਨੂੰ ਫੋਲੋ ਕਰੀਏ। ਸੋ ਸਟੇ ਸੇਫ, ਸਾਰੀਆਂ ਗੱਲਾਂ ਨੂੰ, ਸਾਰੀਆਂ ਪ੍ਰੀਕਾਸ਼ਨਸ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਉਹਨਾਂ ਦੇ ਉੱਤੇ ਅਮਲ ਕਰੀਏ। ਸੋ ਰਲ ਮਿਲ ਕੇ ਆਪਣੇ ਸਮਾਜ ਨੂੰ ਇਸ ਨਾਮਰਾਦ ਬਿਮਾਰੀ ਤੋਂ ਮੁਕਤ ਕਰੀਏ। ਸਾਡਾ ਥੋੜਾ ਜਿੰਨਾ ਸਹਿਯੋਗ ਪਾਇਆ ਵੀ ਬਹੁਤ ਵੱਡਾ ਯੋਗਦਾਨ ਹੋਊਗਾ ਕਿ ਅਸੀਂ ਖਿਆਲ ਰੱਖ ਰਹੇ ਹਾਂ ਸੋਸਾਇਟੀ ਦੇ ਵਿੱਚ। ਤੇ ਜਿਹੜੇ ਮਾਸਕ ਜਾਂ ਗਲਵਜ਼ ਅਸੀਂ ਯੂਜ਼ ਕਰ ਲੈਂਦੇ ਆ, ਪਲੀਜ਼ ਤੁਸੀਂ ਉਹਨਾਂ ਨੂੰ ਪ੍ਰੋਪਰ ਗਾਰਬੇਜ ਦੇ ਵਿੱਚ ਸਿੱਟਿਆ ਕਰੋ। ਬਹੁਤ ਸਾਰੇ ਗਰੋਸਰੀ ਸਟੋਰ ਆ, ਬਹੁਤ ਸਾਰੇ ਪਬਲਿਕ ਜਿਹੜੇ ਗਾਰਬੇਜ ਬਿਨ ਪਏ ਹੈਗੇ ਆ, ਉਹਨਾਂ ਦੇ ਲਾਗੇ ਬਾਹਰ ਮਾਸਕ ਸੁੱਟੇ ਹੁੰਦੇ ਆ, ਬਾਹਰ ਗਲਵ ਸੁੱਟੇ ਹੁੰਦੇ ਆ। ਸੋ ਜਾਨਵਰ ਚੁੱਕੀ ਫਿਰਦੇ ਆ ਜਾਂ ਇਹੋ ਜਿਹੀਆਂ ਅਸੀਂ ਨਾ ਕਰੀਏ, ਅਸੀਂ ਉਹਨਾਂ ਨੂੰ ਪ੍ਰੋਪਰ ਗਾਰਬੇਜ ਦੇ ਵਿੱਚ ਸਿੱਟੀਏ। ਸੋ ਸਾਡਾ ਸੋਹਣਾ ਮੁਲਕ ਆ, ਸੋਹਣਾ ਸ਼ਹਿਰ ਆ, ਇਹਨੂੰ ਸੋਹਣਾ ਹੀ ਬਣਾਉਣ ਦੇ ਵਿੱਚ ਆਪੋ ਆਪਣਾ ਯੋਗਦਾਨ ਪਾਈਏ। ਸੋ ਕੱਲ ਖਬਰਸਾਰ ਦੇ ਵਿੱਚ ਫਿਰ ਮਿਲਾਂਗੇ, ਪਰ ਅੱਜ ਸ਼ਾਮੀ 7 ਤੋਂ 8 ਵਜੇ ਤੱਕ ਫਿਰ ਮੇਰੀ ਮੁਲਾਕਾਤ ਹੋਵੇਗੀ। ਤਦ ਤੱਕ ਤੁਸੀਂ ਸਾਰੇ ਰੱਖਿਓ ਖਿਆਲ। ਦੇਖ ਰਹੇ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਪਿਆਰ, ਅਦਬ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ।